KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਯਾਨੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ ਸੁਣੇ ਜਾ ਸਕਦੇ KRPA 1110 AM ਤੇ। स्टूडियो का नंबर है 6045929191 604 592 9191। स्वागत करते हैं डॉक्टर शिंदर पुरेवाल जी का। डॉक्टर साहब प्रोग्राम तुहाडा स्वागत है जी। गुड मॉर्निंग। गुड मॉर्निंग डॉक्टर साहब। अज आपां गलबात दा सिलसिला शुरू करते हैं जी NDP दी लीडरशिप रेस तो। यह शुरू होने तो पहला ही खत्म हो गई लगती है, ਕੀ ਕਹਿਣਾ ਚਾਹੋਗੇ ਜੀ? ਦੇਖੋ ਸਰ, ਜਦੋਂ ਪਹਿਲਾਂ ਗੱਲ ਚੱਲੀ ਸੀ ਕਿ ਰਵੀ ਕਾਲੋਂ ਉਹਨਾਂ ਨੇ ਖੜੇ ਹੋਣਾ, ਹਾਂਜੀ, ਇਹ ਐਸਟੈਬਲਿਸ਼ ਫੈਕਟ ਬਣ ਚੁੱਕਾ ਹੈ ਇੱਥੇ BC ਦੇ ਵਿੱਚ ਕਿ ਇਹਨਾਂ ਦੇ ਬੰਦੇ ਚ ਸਾਊਥ ਏਸ਼ੀਅਨ ਭਾਈਚਾਰੇ ਚੋਂ ਕੋਈ ਵੀ ਖੜ ਜਾਵੇ, ਉਹਨਾਂ ਨੂੰ ਨੋਮੀਨੇਸ਼ਨ ਚ ਹਰਾਉਣਾ ਤੇ ਲੀਡਰਸ਼ਿਪ ਹਰਾਉਣਾ ਬਹੁਤ ਮੁਸ਼ਕਲ ਹੈ ਜੀ। ਇੱਕ ਬੰਦੇ ਮਤਲਬ ਪੋਲੀਟੀਸ਼ੀਅਨ ਹਰੇ ਸੀ, ਉਹ ਸੀ ਹੈਰੀ ਲਾਲੀ, ਕਿਉਂਕਿ ਦੂਸਰੇ ਪਾਸੇ ਉਹਨਾਂ ਦੇ ਵਿਰੋਧ ਦੇ ਵਿੱਚ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਬਹੁਤ ਬੰਦੇ ਜਿਹੜੇ ਜੌਨ ਹੌਰਗਨ ਦੇ ਨਾਲ ਲੱਗ ਗਏ ਸੀ, ਇਸ ਕਰਕੇ ਹਰੇ ਸੀ। ਅਦਰਵਾਈਜ਼ ਉਹ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਸਾਰੇ ਗੁਰਦੁਆਰਿਆਂ ਦੇ ਵਿੱਚੋਂ ਸਾਰੀਆਂ ਕਮਿਊਨਿਟੀ ਦੀਆਂ ਆਰਗੇਨਾਈਜੇਸ਼ਨ ਨੇ ਇਹਨਾਂ ਦੀ ਸਪੋਰਟ ਕਰ ਦੇਣੀ, ਪਰ ਉਹਨਾਂ ਨੇ ਹੁਣ ਨਾ ਕਰ ਦਿੱਤੀ। ਸੋ ਇਸ ਕਰਕੇ ਉਹਨਾਂ ਨੇ ਨਾ ਕਰਨ ਦੇ ਨਾਲ ਇੱਕ ਡੇਵਿਡ ਈਬੀ ਨੂੰ ਫੋਨ ਕਰ ਦਿੱਤਾ। ਸੋ ਡੇਵਿਡ ਈਬੀ ਦੀ ਚੜ੍ਹਤ ਹੋ ਗਈ ਉਸ ਵੇਲੇ ਕਿ ਉਹਨਾਂ ਨੂੰ ਰਵੀ ਕਾਲੂ ਨੇ ਸਪੋਰਟ ਦੇਣੀ ਆ। ਇਹਦਾ ਮਤਲਬ ਵੀ ਹੋਰ MLA ਜਿਹੜੇ ਉਹਨਾਂ ਦੇ ਨਾਲ ਨੇ ਉਹ ਸਾਰੇ ਡੇਵਿਡ ਈਬੀ ਦੇ ਮਗਰ ਲੱਗਣਗੇ। NDP ਨੇ ਸ਼ਾਇਦ ਇਹ ਸੋਚਿਆ ਕਿ 2024 ਜਿਹੜੀਆਂ ਇਲੈਕਸ਼ਨਸ ਹੋਣੀਆਂ ਉਹਨਾਂ ਦੇ ਵਿੱਚ ਜੇ ਕੋਈ ਬੰਦਾ ਹਰਾ ਸਕਦਾ ਕੈਵਨ ਫਾਲਕਨ ਨੂੰ, ਉਹ ਡੇਵਿਡ ਈਬੀ ਵਰਗਾ ਹੀ ਹੋ ਸਕਦਾ। ਹਾਂਜੀ, ਕਿਉਂਕਿ ਠੀਕ ਹੈ ਰਵੀ ਕਾਲੂ ਨੇ ਬਣ ਜਾਣਾ ਸੀ। ਇਹਨਾਂ ਦੀ ਜਿਹੜੀ ਆਪਣੀ ਸੀਟ ਹੈ ਡੈਲਟਾ ਦੀ, ਉਹ ਤੇ ਕਿੰਤੂ ਪਰੰਤੂ ਵਾਲੇ ਹੋ ਰਹੇ, ਉਹ ਤੇ ਆਸਰਾਈਆਂ ਇਹ ਲੱਗ ਰਹੀਆਂ ਕਿ ਅਗਲੀ ਵਾਰ ਨੂੰ 2024 ਜਿਹੜੀਆਂ ਜੇ BC ਲਿਬਰਲ ਜਿੱਤੇ ਤਾਂ ਉਹਨਾਂ ਦੇ ਵਿੱਚੋਂ ਡੈਲਟਾ ਵੀ ਇੱਕ ਸੀਟ ਹੈ ਜਿਹੜੀ ਉਹਨਾਂ ਦੇ ਹੱਥ ਆ ਸਕਦੀ। ਹਾਂਜੀ, ਸੋ ਜਿਨ੍ਹਾਂ ਦੀ ਆਪਣੀ ਸੀਟ ਖਤਰੇ 'ਚ ਆ ਨਾ, ਉਹਨਾਂ ਦੀ ਲੀਡਰਸ਼ਿਪ ਕਿੰਨੀ ਕਾਮਯਾਬ ਹੋਣੀ ਹੈ, ਇਹ ਪਾਰਟੀ ਨੇ ਵੱਡੇ ਪੱਧਰ ਤੇ ਸੋਚਣਾ ਨਾ। ਸੋ ਇਸ ਕਰਕੇ ਪਰ ਪ੍ਰੀਮੀਅਰ ਤਾਂ ਕਮ ਸੇ ਕਮ 1.5 ਸਾਲ ਬਣ ਸਕਦੇ ਸੀ। ਹਾਂਜੀ, 1.5 ਸਾਲ ਹੋ ਸਕਦਾ ਸੀ। ਤੇ ਦੂਸਰੇ ਪਾਸੇ ਇੱਕ ਹੋਰ ਰੇਸ ਚੱਲ ਰਹੀ ਆ। ਸਾਡੇ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਪੈਟਰਿਕ ਬਰਾਊਨ ਉਹਨਾਂ ਨੂੰ ਕੱਢ ਦਿੱਤਾ। ਉਹਨਾਂ ਤੇ ਚਾਰਜ ਲਾਏ ਬਹੁਤ ਕਾਫੀ ਗੰਭੀਰ ਚਾਰਜ, ਪਹਿਲਾਂ ਵੀ ਲੱਗ ਚੁੱਕੇ ਉਹਨਾਂ ਤੇ। ਜਦੋਂ ਉਹਨਾਂ ਅੰਟੇਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਸੀ, ਡਗ ਫੋਰਡ ਉਸ ਤੋਂ ਬਾਅਦ ਜਿੱਤੇ ਆ, ਉਸ ਵੇਲੇ ਇਹਨਾਂ ਨੇ ਇੱਕ ਵਿਅਕਤੀ ਤੋਂ ਕੋਈ ਲੋਨ ਲਿਆ ਸੀ, ਜਿੱਦਾਂ ਰਾਜ ਗਰੇਵਾਲ ਦੇ ਲੋਨ ਹੈ ਨਾ। ਹਾਂਜੀ, ਉਹ ਲੋਨ ਮਤਲਬ ਕਿੱਦਾਂ ਲਏ ਆ ਕਿੱਦਾਂ ਨਹੀਂ ਲਏ ਆ, ਇਹਨਾਂ ਤੇ ਅੱਜ ਕੱਲ੍ਹ ਲੋਨ ਕੈਨੇਡਾ ਦੇ ਵਿੱਚ ਇੱਕ RCMP ਦਾ ਅਫਸਰ ਦੱਸਦਾ ਕਿ ਇੱਥੇ ਉਹ BC ਦੀ ਮੈਨੂੰ ਗੱਲ ਦੱਸਣ ਲੱਗਾ ਸੀ, ਕਹਿੰਦਾ ਕਿ ਪਬਲਿਕ ਦੀ ਤਾਂ ਅਸੀਂ ਕਰਦੇ ਨਹੀਂ, ਵੀ ਇੱਥੇ ਇੱਕ ਰਿਸ਼ਵਤ ਲੈਣ ਦਾ ਢੰਗ ਆ, ਉਹ ਹੈਗਾ ਲੋਨ ਦੇਣਾ ਕਿਸੇ ਨੂੰ। ਜਿਹੜੇ ਬਹੁਤ ਪੈਸੇ ਵਾਲੇ ਬੰਦੇ ਆ ਨਾ, ਉਹ ਪੋਲੀਟੀਸ਼ੀਅਨ ਨੂੰ, ਕਿਸੇ ਮਿਨਿਸਟਰ ਨੂੰ, ਕਿਸੇ ਮੇਅਰ ਨੂੰ, ਕਿਸੇ ਕੌਂਸਲਰ ਨੂੰ, ਇਹਨਾਂ ਨੂੰ ਉਹ ਲੋਨ ਦਿੰਦੇ ਆ ਜਾਂ ਇਹਨਾਂ ਦੇ ਬੱਚਿਆਂ ਨੂੰ ਦੇ ਦੇਣਗੇ। ਫਰਜ਼ ਕਰੋ ਤੁਸੀਂ ਕਹਿੰਦੇ ਕਿ ਸਾਡੇ ਕਿਸੇ ਰਿਸ਼ਤੇਦਾਰ ਨੇ, ਤੁਸੀਂ ਮੇਅਰ ਆ, ਵੀ ਮੇਰੇ ਇੱਕ ਭਤੀਜੇ ਨੇ ਕੋਈ ਟਿਮ ਹਾਰਟਨ ਖੋਲ੍ਹਣਾ, ਉਹਨੂੰ ਬੈਂਕ ਲੋਨ ਨਹੀਂ ਦੇ ਰਹੀ, ਉਹਨੇ 2 ਮਿਲੀਅਨ ਲੱਗਣਾ, तो एक बंदा आ के कहता कोई गल नहीं, 1 मिलियन मैं दे दूंगा लोन, तो 1 मिलियन वो रिश्वत है सीधी। जो लोन लईदा किसी दे कोलों, तुसीं प्राइवेट बंदे तो लोन लैंदे हो, वकीलों तो जांदे आ, उन्हां नूं दस्तखत कराउंदे आ, एक कापी वो रखते हैं, एक वकील रखता है, एक जिन्हें लोन लिया हुंदा उहनूं दिंदे आ, तां कि कल नूं जे बंदा मुकर जावे तुसीं कोर्ट जाण जोगे हो। हाँ जी,
ਤੇ ਇਹਨਾਂ ਲੋਨ ਡਾਕੂਮੈਂਟ ਤੇ ਕੋਈ ਕਾਰਵਾਈ ਨਹੀਂ ਹੁੰਦੀ, ਕੋਈ ਵਕੀਲ ਤੋਂ ਨਹੀਂ ਜਾਂਦੇ, ਇਹ ਆਪਸ ਵਿੱਚ ਹੀ ਸਮਝੌਤਾ ਕਰਕੇ ਇੱਕ ਹੀ ਕਾਪੀ ਬਣਾਈ ਜਾਂਦੀ ਹੈ, ਉਹ ਦਿੱਤੀ ਆ। ਜਿਹਨੇ ਲੋਨ ਲਿਆ ਉਹਨੂੰ ਦਿੰਦੇ ਆ, ਉਹਦੀ ਮਰਜ਼ੀ ਆ ਦੱਸੇ ਚਾਹੇ ਨਾ ਦੱਸੇ। ਲੋਨ ਦਾ ਮਤਲਬ ਹੁੰਦਾ ਵੀ ਸਿੱਧਾ ਹੀ ਤੁਹਾਨੂੰ 10 ਲੱਖ ਦੇ ਦਿੱਤਾ ਜੀ। ਉਹਨਾਂ ਨੂੰ ਵੀ ਪਤਾ ਹੁੰਦਾ ਕਦੇ ਮੋੜਨਾ ਨਹੀਂ, ਤੇ ਜਿਹਨਾਂ ਨੇ ਲੈਣਾ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਮੋੜਨਾ ਨਹੀਂ। ਤੇ ਇਹ ਇੱਥੇ ਪਹਿਲਾਂ ਇੱਕ ਲੋਨ ਲੈਣ ਦੇ ਮਾਮਲੇ 'ਚ ਫਸੇ ਸੀ, ਪਰ ਉਹ ਤਾਂ ਪੀਸੀ ਦੇ ਲੀਡਰ ਤਾਂ ਨਹੀਂ ਬਣ ਸਕੇ ਪੈਟਰਿਕ ਬਰਾਊਨ ਹੋਣੀ। ਇਹ ਜਾ ਕੇ ਇਹਨਾਂ ਨੇ ਦੇਖਿਆ ਕਿ ਜਿਹੜੀ ਕਮਿਊਨਿਟੀ ਨੇ ਮੇਰੀ ਜ਼ਿਆਦਾ ਸਪੋਰਟ ਕੀਤੀ ਸੀ, ਉਹਨਾਂ ਦੀ ਅਜੇ ਵੀ ਸਪੋਰਟ ਸਾਡੇ ਪਿੱਛੇ ਆ। ਉਹ ਹੈਗੀ ਆ ਪੰਜਾਬੀ ਭਾਈਚਾਰਾ। ਹਾਂਜੀ। ਬਰੈਂਪਟਨ ਦੇ ਮੇਅਰ ਬਣ ਗਿਆ। ਹਾਂਜੀ। ਹੁਣ ਫਿਰ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਬਣ ਲਈ ਇਹਨਾਂ ਨੇ। ਪ੍ਰੋਗਰੈਸਿਵ ਤਾਂ ਉਹਨਾਂ ਨੇ ਸ਼ਬਦ ਕੱਢ ਦਿੱਤਾ, ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਬਣ ਲਈ। ਬਹੁਤ ਮੈਂਬਰ ਬਣਾਏ ਇਹਨਾਂ ਨੇ। ਵੈਸੇ ਜ਼ਿਆਦਾਤਰ ਦੇ ਕਿਆਸ ਰਾਹੀਂ ਲੋਕੀ ਲਾਉਂਦੇ ਸੀ ਕਿ ਇਹਨਾਂ ਦੇ ਮੈਂਬਰ ਜਿਹੜੇ ਆ ਬਰੈਂਪਟਨ ਤਾਂ ਸਰੀ ਤੋਂ ਜ਼ਿਆਦਾ ਬਣੇ। ਹੁਣ ਇੱਕ ਪਹਿਲਾਂ ਤਾਂ ਕਹਿੰਦੇ ਸੀ, ਉਹਨਾਂ ਨੇ ਦੱਸਿਆ ਨਹੀਂ ਵੈਸੇ ਪਾਰਟੀ ਦੇ ਲੀਡਰ ਨੇ, ਨਾ ਪਾਰਟੀ ਦੀ ਜਿਹੜੀ ਰੂਲਿੰਗ ਇਹਨਾਂ ਦੀ ਕੌਂਸਲ ਹੈ ਉਹਨਾਂ ਨੇ ਦੱਸਿਆ ਸੀ ਕਿ ਚਾਰਜ ਅਸੀਂ ਲਾਤੇ ਆ, ਉਹ ਚਾਰਜ ਅਸੀਂ ਇਲੈਕਸ਼ਨ ਕੈਨੇਡਾ ਨੂੰ ਦੇਤੇ। ਹਾਂਜੀ, ਉਹਨਾਂ ਨੇ ਡਿਟੇਲਸ ਨਹੀਂ ਦਿੱਤੀਆਂ ਸੀ ਕਿਹੜੇ ਚਾਰਜ ਆ। ਹਾਂ, ਕੱਲ ਰਾਤੀ ਫਿਰ ਇੱਕ ਖਬਰ ਆ ਗਈ ਕਿ ਜਿਹੜੀ ਚਾਰਜ ਜਿਨ੍ਹਾਂ ਦੇ ਵਿੱਚੋਂ ਇੱਕ ਚਾਰਜ ਹੈ ਉਹ ਇੱਕ ਵਕੀਲ ਆ ਜਿਹੜੀ ਇਹਨਾਂ ਦੇ ਉੱਥੇ ਵੈਸਟ ਅੰਟੇਰੀਓ ਦੀ ਕਮੇਟੀ ਦੇ ਵਿੱਚ ਕੰਮ ਕਰਦੀ ਸੀ। ਹਾਂਜੀ। ਹੁਣ ਵਕੀਲ ਜਿਹੜਾ ਆ ਆਪਣੇ ਕੰਮਕਾਰ ਛੱਡ ਕੇ ਕਿਸੇ ਦੇ ਲਈ ਕੰਮ ਕਰ ਰਿਹਾ, ਉਹਨੇ ਪੈਸੇ ਲੈਣੇ ਹੀ ਕਿਸੇ ਪਾਸੇ। ਹਾਂਜੀ। ਉਹਨਾਂ ਨੂੰ ਫਿਰ ਇਹਨਾਂ ਨੇ ਕੀ ਕੀਤਾ, ਕਿਸੇ ਕੰਪਨੀ ਨੇ ਇੱਦਾਂ ਵੈਸੇ ਨਾਰਮਲੀ ਕਰਦੀਆਂ ਹੁੰਦੀਆਂ ਇੱਥੇ, ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਉਹਨਾਂ ਨੇ ਕਿਹਾ ਹੁੰਦਾ ਕੰਪਨੀ ਵਾਲਿਆਂ ਨੂੰ ਕਿ ਸਾਨੂੰ ਆਹ ਬੰਦਾ ਚਾਹੀਦਾ ਕੰਮ ਕਰਨ ਲਈ, ਇਹਨੂੰ ਤੁਸੀਂ ਪੇ ਕਰ ਦਿਓ। ਥਰਡ ਪਾਰਟੀ ਪੇਮੈਂਟ ਇਹ ਨਾਰਮਲੀ ਹੁੰਦਾ ਆਇਆ, ਸਾਰੀਆਂ ਪਾਰਟੀਆਂ 'ਚ ਹੁੰਦਾ ਹੈ। ਹਾਂਜੀ। ਪਰ ਇਹ ਫਸ ਗਿਆ ਕਿ ਉਹ ਜਿਸ ਔਰਤ ਨੇ ਉਹ ਪੈਸੇ ਲਏ ਆ ਉਹਨੇ ਕਹਿਤਾ ਵੀ ਇਹ ਗਲਤ ਗੱਲ ਆ। ਹਾਂਜੀ, ਹੁਣ ਉਹਨੇ ਹੀ ਅੱਗੇ ਖੁਲਾਸਾ ਕਰਤਾ। ਹੁਣ ਇਹਨਾਂ ਨੇ ਕਹਿਤਾ ਪੈਟਰਿਕ ਬਰਾਊਨ ਨੂੰ, ਉਹਨੇ ਚਾਰਜ ਕੀਤਾ ਆ ਵੀ ਇਹਨਾਂ ਨੂੰ ਮੈਂ ਪੁੱਛਿਆ ਸੀ ਕਿ ਇਸ ਕੰਪਨੀ ਲਈ ਮੈਂ ਕੰਮ ਕਰਕੇ ਤੁਹਾਡੇ ਕੈਂਪੇਨ ਤੇ ਕੰਮ ਕਰ ਸਕਦੀ। ਉਹ ਕਹਿੰਦਾ, ਉਹਨੇ ਸਲਾਹ ਦਿੱਤੀ ਕਿ ਕੰਸਲਟੈਂਟ ਬਣਾ ਲਓ। ਹੁਣ ਕੰਸਲਟੈਂਟ ਬਹੁਤ ਬ੍ਰੌਡ ਟਰਮ ਆ। ਹਾਂਜੀ। ਇਹ 'ਚ ਕੋਈ ਡੈਫੀਨੇਸ਼ਨ ਨਹੀਂ ਹੁੰਦੀ ਕੰਸਲਟੈਂਟ ਕੰਮ ਤੇ ਜਾਵੇ ਨਾ ਜਾਵੇ, ਕਿਉਂਕਿ ਉਹ ਤਾਂ ਕੰਸਲਟ ਹੀ ਕਰ ਰਿਹਾ ਨਾ ਜੀ। ਉਹ ਤਾਂ ਘਰੋਂ ਬੈਠਾ ਸਲਾਹ ਦੇਈ ਜਾਵੇ ਵੀ ਤੁਸੀਂ ਇੱਦਾਂ ਕਰਨੀ ਹੈ, ਤੁਸੀਂ ਇੱਦਾਂ ਕਰਨੀ ਹੈ। ਕੋਈ ਬੰਦਾ ਹੋ ਸਕਦਾ ਕਮਿਊਨੀਕੇਸ਼ਨ ਦੀ ਸਲਾਹ ਦੇ ਰਿਹਾ, ਕੋਈ ਕਲਚਰਲ ਸੈਂਸਿਟਿਵਿਟੀ ਦੀ ਸਲਾਹ ਦੇ ਰਿਹਾ, ਕੋਈ ਔਰਤਾਂ ਦੇ ਮਾਮਲਿਆਂ ਬਾਰੇ ਸਲਾਹ ਦੇ ਰਿਹਾ। ਇਹ ਬੜੀ ਬ੍ਰੌਡ ਟਰਮ ਹੈ। ਸੋ ਕੰਸਲਟੈਂਟ ਦੇ ਤੌਰ ਤੇ ਉਹਨਾਂ ਨੂੰ ਹਾਇਰ ਕਰਕੇ ਉਹ ਕੰਪਨੀ ਵੱਲੋਂ ਪੇ ਕਰ ਰਹੇ ਸੀ ਤੇ ਕੰਮ ਉਹ ਵੈਸੇ ਕਰਦੇ ਸੀ ਇਹਨਾਂ ਦੇ ਕੈਂਪੇਨ ਤੇ। ਹਾਂਜੀ। ਉਹਨਾਂ ਨੇ ਫਿਰ ਪੁੱਛਿਆ ਕਿ ਫਿਰ ਮੈਂ ਇੱਕ ਪਾਰਟੀ ਦੇ ਬੰਦੇ ਨੂੰ ਪੁੱਛਿਆ ਵੀ ਇਹ ਲੀਗਲ ਹੈ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਇਲੈਕਸ਼ਨ ਕੈਨੇਡਾ ਦੇ ਅੰਡਰ ਇਹ ਗੈਰ ਕਾਨੂੰਨੀ। ਹਾਂਜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਐਫੀਡੇਵਿਟ ਦਿੱਤਾ ਤੇ ਉਹਦੇ ਨਾਲ ਇਹਨਾਂ ਨੂੰ ਫਿਰ ਡਿਸਕੁਆਲੀਫਾਈ ਕੀਤਾ ਗਿਆ, ਡਿਸਕੁਆਲੀਫਾਈ ਕਰ ਦਿੱਤਾ। ਉਹਨਾਂ ਨੇ ਹਾਲੇ ਇਹ ਵੀ ਕਿਹਾ ਕਿ ਮੈਂ ਚੈਲੰਜ ਕਰੂੰਗਾ, ਮੈਂ ਅਪੀਲ ਕਰੂੰਗਾ। ਹਾਂਜੀ। ਪਰ ਕੋਰਟਸ ਤਾਂ ਗਏ ਨਹੀਂ। ਪਹਿਲਾ ਪ੍ਰੋਸੈਸ ਤਾਂ ਇਹੀ ਹੋਣਾ ਕਿ ਪਾਰਟੀ ਦੇ ਵਿੱਚ ਹੀ ਉਹ ਅਪੀਲ ਕਰਨਗੇ। ਹਾਂਜੀ। ਤੇ ਉਹ ਤੋਂ ਬਾਅਦ ਫਿਰ ਕੋਰਟ ਦੇ ਵਿੱਚ ਜਾਣਗੇ। ਹੁਣ ਮੁੜ ਕੇ ਆ ਜਾਂਦੇ ਆ ਇੱਧਰ BC ਦੀ ਗੱਲ ਕਰਦੇ ਆ ਕਿ ਇੱਕ ਸਾਊਥ ਏਸ਼ੀਅਨ ਭਾਈਚਾਰੇ ਦੀ ਜਿਹਦਾ ਗੱਲ ਬਣੀ ਆ, ਇੱਥੇ ਸਾਰੀਆਂ ਕਮਿਊਨਿਟੀਜ਼ ਇਦਾਂ ਹੀ ਕਰਦੀਆਂ ਸੀ ਪਹਿਲਾਂ ਵੀ। ਇਹ ਇੱਕ ਅੰਦਰ ਆਉਣ ਦਾ ਜਿਹੜੇ ਗੇਟ ਕੀਪਰਸ ਹੁੰਦੇ ਸੀ ਪਹਿਲਾਂ, ਇੱਥੇ ਪਹਿਲਾਂ ਐਂਗਲੋ ਸੈਕਸਨ ਸੀ, ਉਹ ਕਿਸੇ ਨੂੰ ਵੜਨ ਨਹੀਂ ਦਿੰਦੇ। ਉਸ ਤੋਂ ਬਾਅਦ ਈਸਟਰਨ ਯੂਰਪੀਅਨ ਵਾਲੇ ਥੋੜ੍ਹੇ ਜਿਹੇ ਆਏ। ਇਟਾਲੀਅਨ ਲੋਕੀ ਜਿਹੜੇ ਟੋਰਾਂਟੋ ਦੇ ਏਰੀਆ 'ਚ ਖਾਸ ਤੌਰ ਤੇ ਪਹਿਲਾਂ ਆਏ ਆ, ਉਹਨਾਂ ਨੂੰ ਪੋਲੀਟਿਕਸ 'ਚ ਵੜਨ ਨਹੀਂ ਦਿੰਦੇ। ਉਹਨਾਂ ਨੇ ਵੀ ਇਦਾਂ ਹੀ ਕੀਤਾ ਸੀ ਕਿ ਮੈਂਬਰਸ ਆਪਣੀ ਕਮਿਊਨਿਟੀ ਤੋਂ ਨੰਬਰ ਬਣਾਉਣੇ ਤਾਂ ਇਲੈਕਸ਼ਨ ਜਿੱਤਣੇ। ਤੇ ਇੱਕ ਜ਼ਮਾਨਾ ਸੀ ਕਿ ਇਟਾਲੀਅਨ ਮੈਂਬਰਸ ਆਫ ਪਾਰਲੀਮੈਂਟ ਸਭ ਤੋਂ ਵੱਧ ਹੁੰਦੇ ਸੀ। ਜੂਇਸ਼ ਕਮਿਊਨਿਟੀ ਦੇ ਵਿੱਚ ਇਦਾਂ ਰਹੇ। ਇਹ ਐਂਟਰੀ ਦਾ ਇੱਕ ਸਾਧਨ ਆ ਮਤਲਬ। ਅੱਛਾ, ਹੁਣ ਇਹ ਗੱਲ ਬਣ ਗਈ ਹੈ ਕਿ ਇਹ ਐਂਟਰੀ ਦਾ ਜਿਹੜਾ ਸਾਧਨ ਆ ਨਾ, ਉਹ ਤਾਂ ਖਤਮ ਹੋ ਗਿਆ। ਹੁਣ ਸਾਡੇ ਬੰਦੇ ਇਹ ਨਹੀਂ ਕਹਿ ਸਕਦੇ ਪੰਜਾਬੀ ਕਿ ਸਾਡੇ ਬੰਦੇ MLA ਹੈ ਨਹੀਂ, ਸਾਡੇ MP ਹੈ ਨਹੀਂ, ਸਾਡੇ ਮੇਅਰ ਹੈ ਨਹੀਂ, ਜਾਂ ਸਾਡੇ ਬੰਦੇ ਬਿਊਰੋਕ੍ਰੇਸੀ 'ਚ ਹੈ ਨਹੀਂ। ਹੁਣ ਸਭ ਪਾਸੇ। ਹਾਂਜੀ।
ਹੁਣ ਇਹ ਜਿਹੜੇ ਬੰਦੇ ਬਣ ਚੁੱਕੇ ਆ ਹੁਣ ਵਰਤਦੇ ਆ ਆਪਣੀ ਕਮਿਊਨਿਟੀ ਨੂੰ ਆਪਣੇ ਲਈ। ਅੱਗੇ ਵਰਤਦੇ ਸੀ ਕਿ ਸਾਡੀ ਕਮਿਊਨਿਟੀ ਐਂਟਰ ਹੋ ਜਾਵੇ, ਹਾਂਜੀ ਹੁਣ ਇਹਨਾਂ ਨੂੰ ਵਰਤਦੇ ਆ ਸਿਰਫ ਆਪਣੇ ਲਈ। ਜਿਹੜਾ ਵੀ ਬੰਦਾ ਹੈ, ਚਾਹੇ ਰਵੀ ਕਾਲੋਂ ਆ, ਚਾਹੇ ਹੈਰੀ ਬੈਂਸ ਆ, ਚਾਹੇ ਕੋਈ ਹੋਰ ਆ, ਇਹਨਾਂ ਨੇ ਸਾਡੀ ਕਮਿਊਨਿਟੀ ਨੂੰ ਯੂਜ਼ ਕਰਨਾ ਆਪਣੇ ਹਿੱਤਾਂ ਲਈ। ਹਾਂਜੀ ਕਮਿਊਨਿਟੀ ਦਾ ਕੋਈ ਹਿੱਤ ਨਹੀਂ, ਕੋਈ ਗੱਲ ਨਹੀਂ, ਕੋਈ ਨਾ ਇਹਨੂੰ ਪੁੱਛਦੇ ਹੀ ਆ। ਇਹਨਾਂ ਨੂੰ ਇਕੱਲੇ ਬੰਦੇ ਨੂੰ ਪੁੱਛ ਕੇ ਇੱਥੇ KPU ਆ, ਇੱਥੇ ਇਹਨਾਂ ਦਾ ਬੋਰਡ ਆਫ ਡਾਇਰੈਕਟਰਸ ਹੈ ਜਿਹੜਾ ਓਵਰਸੀ ਕਰਦਾ ਸਭ ਕੁਝ, ਉਹਦੇ ਵਿੱਚ ਇੱਕ ਵੀ ਪੰਜਾਬੀ ਨਹੀਂ। ਇਹ ਪੰਜਾਬੀਆਂ ਦੇ ਗੜ੍ਹ ਦੇ ਵਿੱਚ ਯੂਨੀਵਰਸਿਟੀ ਹੈ। ਹਾਂਜੀ ਤਾਂ ਸਾਰੇ ਹੀ ਤਕਰੀਬਨ ਉੱਥੇ ਸਟੂਡੈਂਟ ਪੰਜਾਬੀ ਹੋਣੇ ਆ ਹਾਂਜੀ ਇਸ ਵੇਲੇ। ਤਾਂ 2 ਹੀ MLA ਇੱਥੇ ਪੰਜਾਬੀ ਹੈ, ਇੱਕ ਵੀ ਬੰਦਾ ਬੋਰਡ ਆਫ ਡਾਇਰੈਕਟਰਸ ਨਹੀਂ। ਪਹਿਲਾਂ ਇੱਕ ਹੁੰਦਾ ਸੀ, ਉਹ MLA ਬਣ ਗਿਆ। ਤੇ ਉਹਨੂੰ ਮੈਂ ਇੱਕ ਗੱਲ ਕੋਈ ਪੁੱਛੀ ਸੀ, ਮੈਂ ਕਿਹਾ ਤੁਸੀਂ ਤੁਹਾਨੂੰ ਨੋਟਿਸ ਹੁੰਦਾ? ਉਹ ਕਹਿੰਦੇ ਅਸੀਂ ਤਾਂ ਜਿਹੜਾ ਸਾਨੂੰ ਪ੍ਰੈਜ਼ੀਡੈਂਟ ਏਜੰਡਾ ਜਾਂ ਦੇ ਦਿੰਦਾ ਉਹਨੂੰ ਹਾਂ ਕਰਕੇ ਚੱਲ ਜਾਂਦੇ, ਕੁਛ ਨਹੀਂ ਕਹਿੰਦਾ ਕਰਦੇ। ਮੈਂ ਕਿਹਾ ਬੋਰਡ ਦਾ ਮਤਲਬ ਹੁੰਦਾ ਹੈ ਗਵਰਨੈਂਸ। ਯੈਸ, ਇਹ ਤੁਹਾਡਾ ਰੋਲ ਹੈਗਾ ਹੈ, ਤੁਸੀਂ ਨੁਕਤਾਚੀਨੀ ਵੀ ਕਰ ਸਕਦੇ ਆ, ਤੁਸੀਂ ਦੇਖਭਾਲ ਕਰ ਸਕਦੇ। ਨਹੀਂ ਕਹਿੰਦਾ ਟ੍ਰੈਡੀਸ਼ਨ ਸਾਡੇ ਇਦਾਂ ਹੈ। ਟ੍ਰੈਡੀਸ਼ਨ ਇਹ ਹੈ ਵੀ ਸਾਡਾ ਕੰਨ ਫੜਿਆ ਹੈ, ਉੱਥੇ ਬੈਠ ਕੇ ਸੁਣਦੇ ਆ ਗੱਲ, ਤੇ ਜੋ ਪ੍ਰੈਜ਼ੀਡੈਂਟ ਕਹਿੰਦਾ ਉਹ ਅਸੀਂ ਮੰਨ ਲੈਂਦੇ ਬਸ। ਉਹ ਪੜ੍ਹੇ ਲਿਖੇ ਬੰਦੇ ਦੀ ਗੱਲ ਕਰ ਲੈਣਾ, ਹੁਣ MLA ਆ। ਇਹ ਜਿਹੜੀ ਗੱਲ ਕਰਦੇ ਕਹਿੰਦੇ ਸਾਡੀ ਕਮਿਊਨਿਟੀ ਨੇ ਆਹ ਕਰਨਾ, ਸਾਡੀ ਕਮਿਊਨਿਟੀ ਉਸ ਲੈਵਲ ਤੇ ਪਹੁੰਚ ਚੁੱਕੀ ਹੈ ਜੀ। ਇਹ ਹੁਣ ਹੈਗੀ ਆ ਹਿੱਤਾਂ ਦੀ ਗੱਲ, ਕੱਲੇ ਕੱਲੇ ਬੰਦੇ ਦੇ ਹਿੱਤਾਂ ਦੀ ਗੱਲ। ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਡਾਕਟਰ ਸਾਹਿਬ। ਨਿੱਜੀ ਹਿੱਤਾਂ ਦੇ ਨਾਂ ਤੇ ਹੁਣ ਕਮਿਊਨਿਟੀ ਵਰਤੀ ਜਾ ਰਹੀ ਹੈ। ਜੀ ਜੀ। ਤੇ ਕਿੰਨਾ ਚਿਰ ਵਰਤਣੀ ਹੈ? ਇਹ ਤਕਰੀਬਨ ਲੋਕੀ ਹੁਣ ਬਹੁਤ ਸਮਝ ਚੁੱਕੇ ਆ ਕਿ ਅਸੀਂ ਇਹਨਾਂ ਦੇ ਮਗਰ ਤੁਰੇ ਫਿਰਦੇ ਹਾਂ। ਇਹਨਾਂ ਨੇ ਪੰਜਾਬੀਆਂ ਲਈ ਕੀ ਕੀਤਾ? ਇੱਕ ਵੀ ਡਿਪਟੀ ਮਿਨਿਸਟਰ ਨਹੀਂ ਸਾਡੇ ਇੱਥੇ, ਜਿਹੜੇ ਸੈਕਟਰੀ ਲੈਵਲ ਜਿਹਨੂੰ ਅਸੀਂ ਕਹਿੰਦੇ ਹਾਂ। ਅਜ਼ਮਾਇਲੀ ਕਮੇਟੀ ਦਾ ਹੈਗਾ, ਉਹ ਵੀ ਰਾਈਟ ਵਿੰਗ ਬੰਦਾ, NDP ਨੇ ਰੱਖਿਆ ਰਾਈਟ ਵਿੰਗ। ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ। ਵੈਸੇ BC ਲਿਬਰਲਸ ਰੱਖਣ ਉਹਨੂੰ ਠੀਕ ਹੈ ਗੱਲ। ਉਹ ਬੰਦਾ ਪੂਰੇ ਫਰੇਜ਼ਰ ਇੰਸਟੀਚਿਊਟ ਦਾ ਬੰਦਾ ਆ, ਜਿਹੜਾ ਇਹਨਾਂ ਦੇ ਡਿਪਟੀ ਮਿਨਿਸਟਰ ਬਣ ਕੇ ਬੈਠਾ। ਇਹਨਾਂ ਦੀ ਹਿੰਮਤ ਨਹੀਂ ਆਗਾ ਖਾਨ ਨੂੰ ਨਾ ਕਰਨ ਦੀ, NDP ਦੀ ਸਰਕਾਰ ਨੂੰ। ਹਾਂਜੀ। ਇਹਨਾਂ ਦੇ ਆਪਣੇ ਮੈਂਬਰ ਜਦੋਂ ਆਉਂਦੇ ਆ, ਸਾਡੇ ਸੈਮੀਨਾਰ ਦੇਣ ਆਉਂਦੇ ਹੁੰਦੇ, ਉਹਨਾਂ ਨੂੰ ਮੈਂ ਪੁੱਛਿਆ ਕਈਆਂ ਨੂੰ ਕਿ ਤੁਸੀਂ ਇੱਕ ਪੂਰਾ ਰਾਈਟ ਵਿੰਗ, ਤੁਸੀਂ ਫਰੇਜ਼ਰ ਇੰਸਟੀਚਿਊਟ ਦੀ ਆਲੋਚਨਾ ਕਰਦੇ ਆ, ਖੱਬੇ ਸੱਜੇ ਜਾ ਕੇ ਉਹਨਾਂ ਨੂੰ ਆਹ ਕਹਿੰਦੇ, ਉਹਨੂੰ ਉਹ ਕਹਿੰਦੇ, ਉਹਨਾਂ ਦਾ ਬੰਦਾ ਤਾਂ ਤੁਸੀਂ ਡਿਪਟੀ ਮਿਨਿਸਟਰ ਬਣਾ ਕੇ ਰੱਖਿਆ ਹੈ। ਉਹ ਫਿਰ ਚੁੱਪ ਕਰਕੇ, ਕੋਈ ਵੀ ਉਹਦਾ ਜਵਾਬ ਨਹੀਂ ਦੇ ਕੇ ਚੁੱਪ ਕਰ ਜਾਂਦੇ। ਚੁੱਪ ਇਹ ਕਰ ਜਾਂਦੇ ਕਿ ਸਾਡੇ ਤੇ ਪ੍ਰੀਮੀਅਰ ਤੇ ਕਿਸੇ ਨੇ ਗਲਵਾ ਪਾਇਆ ਹੈ, ਮਤਲਬ ਸਾਡੀ ਸਰਕਾਰ ਤੇ ਹੀ ਗਲਵਾ ਪਾਇਆ ਹੈ ਨਾ। ਸੋ ਦੱਸਣ ਦੀਆਂ ਗੱਲਾਂ ਹੋਰ ਨੇ। ਜਿਹੜੀ NDP ਦੀ ਲੀਡਰਸ਼ਿਪ ਰੇਸ ਆ, ਉਹ ਤਕਰੀਬਨ ਖਤਮ ਹੀ ਹੋ ਗਈ ਆ। ਹਾਂਜੀ। ਇਹ ਪਹਿਲਾਂ ਆਸ ਲਾਈ ਜਾਂਦੀ ਸੀ ਕਿ ਰਵੀ ਕਾਲੋਂ ਹੁਣੀ ਡਿਕਲੇਅਰ ਕਰਨਗੇ ਆਪਣੀ ਲੀਡਰਸ਼ਿਪ, ਤੇ ਉਹਨਾਂ ਦੀ ਜਿੱਤਣ ਦੀ ਵੀ ਆਸ ਸੀ। ਐਕਚੁਅਲੀ ਡਾਕਟਰ ਸਾਹਿਬ, ਜਦੋਂ ਰਵੀ ਕਾਲੋਂ ਨੇ ਕਿਹਾ ਕਿ ਉਹ ਡੇਵਿਡ ਈਬੀ ਨੂੰ 100% ਸਪੋਰਟ ਕਰਦੇ ਆ, ਉਹਦੇ ਤੋਂ ਬਾਅਦ ਸਾਰੇ ਬਹੁਤ ਹੈਰਾਨ ਹੋਏ ਸੀ, ਕਿਉਂਕਿ ਸਾਰਿਆਂ ਨੂੰ ਇਹ ਸੀ ਕਿ ਜਿਹੜੇ ਰਵੀ ਕਾਲੋਂ ਹੈਗੇ ਆ ਹੁਣੇ ਅੱਗੇ ਜਾਣਗੇ। ਪਰ ਇੱਕ ਹੋਰ ਵੀ ਗੱਲ ਆ ਕਿ ਹਜੇ ਤੱਕ ਕੈਂਡੀਡੇਸੀ ਦੇ ਲਈ ਹੋਰ ਕੋਈ ਨਾਮ ਵੀ ਨਹੀਂ ਅੱਗੇ ਆਇਆ। ਮੇਰਾ ਖਿਆਲ ਇਹੀ ਦੇਖਦੇ ਹੋਣੇ ਉਹ ਸਾਰੇ ਕੈਂਡੀਡੇਟ ਕਿ ਹੋਰ ਵੀ ਬੰਦੇ ਜਿਹੜੇ ਕੈਂਡੀਡੇਟ ਬਣਨੇ ਆ ਮੈਨੂੰ ਸਪੋਰਟ ਕਰਦੇ ਨੇ। ਡੇਵਿਡ ਈਬੀ ਨੇ ਮੇਰਾ ਖਿਆਲ ਤੇ ਮਨ ਬਣਾਇਆ ਹੈ ਉਹਨਾਂ ਨੇ। ਹਾਂਜੀ, ਮਿਸਟਰ ਕਾਲੋਂ ਨੇ ਲੱਗਦਾ ਇਦਾਂ ਹੈ। ਹਾਂਜੀ, ਪਰ ਕੱਲ ਨੂੰ ਪਤਾ ਕੋਈ ਨਹੀਂ। ਆਉਣ ਵਾਲੇ ਸਮੇਂ ਦਾ ਤਾਂ ਡਾਕਟਰ ਸਾਹਿਬ ਕੁਝ ਪਤਾ ਨਹੀਂ ਹੈਗਾ ਕੀ ਹੋਊਗਾ, ਪਰ ਫਿਲਹਾਲ ਜੇ ਆਪਾਂ ਅੱਜ ਦੀ ਗੱਲ ਕਰਦੇ ਹਾਂ ਤਾਂ ਕੈਂਡੀਡੇਸੀ ਲਈ ਕੋਈ ਨਾ ਅੱਗੇ ਹੈ ਨਹੀਂ। ਤੇ ਕਾਲੋ ਸਾਹਿਬ ਨੇ ਕਹਿ ਦਿੱਤਾ ਕਿ ਡੇਵਿਡ ਈਬੀ ਜਿਹੜੇ ਹੈਗੇ ਆ ਇੱਕੋ ਬਹੁਤ ਵਧੀਆ ਪ੍ਰੀਮੀਅਰ ਬਣ ਸਕਦੇ ਹੈਗੇ ਆ, ਕੰਪੈਸ਼ਨੇਟ ਹੈਗੇ ਆ, ਥਾਟਫੁਲ ਹੈਗੇ ਆ। ਉਹਨਾਂ ਨੇ ਕਾਫੀ ਜ਼ਿਆਦਾ ਉਹਨਾਂ ਦੀ ਪ੍ਰੇਜ਼ ਕੀਤੀ ਤੇ ਨਾਲੇ ਉਹਨਾਂ ਨੇ ਕਿਹਾ ਕਿ 100% ਉਹਨਾਂ ਦੀ ਸਪੋਰਟ ਵੀ ਆ। ਵੈਸੇ ਇੱਕ ਗੱਲ ਤਾਂ ਉਹਨਾਂ ਦੀ ਠੀਕ ਹੈ ਵੀ ਕਿ ਜੇ ਕੇਵਨ ਫਾਲਕਨ ਦੇ ਨਾਲ ਕੋਈ ਬਰਾਬਰ ਖੜਨ ਜੋਗੇ ਆ, ਲੜਨ ਜੋਗੇ ਆ, ਤੇ ਡੇਵਿਡ ਈਬੀ ਹੈਗੇ। ਹਾਂਜੀ। ਬਾਕੀਆਂ ਦੇ ਕੱਦ ਇਹਨਾਂ ਦਾ ਕੱਦ ਵੀ ਜ਼ਿਆਦਾ ਹੈ ਵੈਸੇ। ਹਾਂਜੀ, ਵੈਸੇ ਵੀ ਜ਼ਿਆਦਾ, ਵੈਸੇ ਵੀ ਕੱਦ ਵੀ ਜ਼ਿਆਦਾ ਹੈ, ਸਿਆਸੀ ਕੱਦ ਵੀ ਜ਼ਿਆਦਾ ਹੈ। ਹਾਂਜੀ, ਬਹੁਤ ਲੰਬੇ ਆ, ਉਹ ਬਾਸਕਟਬਾਲ ਖੇਡ ਸਕਦੇ ਵੈਸੇ। ਹਾਂਜੀ। ਹੁਣ ਇਸ਼ੂ ਆਉਂਦੀ ਹੈ ਕਿ ਜੇ ਸਾਡੀਆਂ ਇੱਕ ਸਟੇਜ ਤੇ ਅਸੀਂ ਆ ਗਏ ਕੈਨੇਡੀਅਨਸ,
ਕਿ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਤੁਹਾਨੂੰ ਅੱਗੇ ਆਉਣਾ ਪੈਣਾ। ਹਾਂਜੀ, ਹੁਣ ਇਹ ਨਹੀਂ ਕਹਿ ਸਕਦੇ ਕਿ ਅਸੀਂ ਪੰਜਾਬੀਆਂ ਦੀ ਨੁਮਾਇੰਦਗੀ ਕਰਨੀ ਹੈ, ਕਿਤੇ ਨਹੀਂ ਪੰਜਾਬੀਆਂ ਦੀ ਨੁਮਾਇੰਦਗੀ, ਹੁਣ ਤਾਂ ਕੈਨੇਡੀਅਨ ਲੋਕਾਂ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ। ਹਾਂਜੀ, ਹੁਣ ਸਾਡਾ ਉਹ ਸਮਾਂ ਆ ਚੁੱਕਾ ਕਿ ਜਦੋਂ ਇਹ ਸਾਊਥ ਏਸ਼ੀਅਨ ਸਾਨੂੰ ਕਹਿਣੋਂ ਹਟਣ, ਅਸੀਂ ਵੀ ਕੈਨੇਡੀਅਨ ਬਣੀਏ। ਹਾਂਜੀ, ਬਿਲਕੁਲ ਸਹੀ ਕਿਹਾ ਤੁਸੀਂ ਡਾਕਟਰ ਸਾਹਿਬ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਉਹ ਹਮੇਸ਼ਾ ਹੀ ਆ ਕੇ ਕਹਿੰਦੇ ਹੁੰਦੇ ਸੀ ਯੂਅਰ ਕਮਿਊਨਿਟੀ। ਹਾਂਜੀ, ਤੇ ਮੈਂ ਇੱਕ ਪੋਲੀਟੀਸ਼ੀਅਨ ਨੂੰ ਕਿਹਾ, ਮੈਂ ਕਿਹਾ ਤੁਸੀਂ ਅੱਜ ਤਾਈਂ ਇਹੀ ਨਹੀਂ ਗੱਲ ਸਿੱਖੀ ਵੀ ਕੈਨੇਡੀਅਨ ਹੀ ਅਸੀਂ ਆ, ਕੈਨੇਡੀਅਨ ਹੀ ਤੁਸੀਂ ਆ, ਤੁਸੀਂ ਆ ਕੇ ਕਹਿੰਦੇ ਯੂਅਰ ਕਮਿਊਨਿਟੀ। ਹਾਂਜੀ, ਕਹਿੰਦਾ ਇਹ ਆਦਤ ਹੀ ਪਈ ਆ। ਮੈਂ ਕਿਹਾ ਇਹ ਆਦਤ ਹਟਾ ਲਓ। ਹੁਣ ਹਾਂਜੀ, ਹਟਾਉਣ ਲਈ ਜਿਹੜੇ ਸਾਡੇ ਚੁਣੇ ਹੋਏ ਬੰਦੇ ਆ ਉਹ ਜਾ ਕੇ ਇਹ ਆਵਾਜ਼ ਉਠਾਲਣ ਦੀ ਲੋੜ ਆ ਉਹਨਾਂ ਦੀ ਕਿ ਅਨਹਾਈਫਨੇਟਡ ਕੈਨੇਡੀਅਨ ਬਣਨੀ ਚਾਹੀਦੀ ਇੱਥੇ। ਜੀ ਬਿਲਕੁਲ ਡਾਕਟਰ ਸਾਹਿਬ, ਪਰ ਆਵਾਜ਼ ਉਠਾਊਗਾ ਕੌਣ? ਉਹ ਤਾਂ ਚੁੱਪ ਕਰਕੇ ਬੈਠ ਜਾਂਦੇ ਆ। ਚੁੱਪ ਕਰਕੇ, ਪਰ ਜਦੋਂ ਗੁਰਦੁਆਰੇ ਦੇ ਵਿੱਚ ਜਾ ਕੇ ਸਪੀਚ ਦੇਣੀ ਹੁੰਦੀ ਆ, ਸਾਡੇ ਕਿਤੇ ਰੇਡੀਓ ਤੇ ਆ ਕੇ ਬੋਲਣਾ ਦਾ, ਅਸੀਂ ਪੰਜਾਬੀਆਂ ਲਈ ਆਹ ਕਰ ਦਿਆਂਗੇ, ਉਦੋਂ ਇਦਾਂ ਲੱਗਦਾ ਕਿ ਪੰਜਾਬੀਆਂ ਨੇ ਪਤਾ ਨਹੀਂ ਇਹਨਾਂ ਨੇ ਪੰਜਾਬ ਬਣ ਕੇ ਮਿਨਿਸਟਰ ਪਤਾ ਨਹੀਂ ਕਿੰਨੇ ਕੁ ਪੰਜਾਬੀ ਉੱਥੇ ਲੈ ਜਾਣੇ ਆ। ਹਾਂਜੀ, ਇਹਨਾਂ ਦੇ ਲਾਗੇ ਹੀ ਜਿਹੜਾ ਕੁਝ ਕਰ ਸਕਦੇ ਆ, ਨਿਯੁਕਤੀਆਂ ਕਰ ਸਕਦੇ, ਉਹਨਾਂ ਦੇ ਵਿੱਚ ਹੀ ਆਪ ਕੁਝ ਨਹੀਂ ਕਰ ਸਕਦੇ। ਇੱਕ ਵੀ ਬੰਦਾ, ਇੱਕ ਤਾਂ ਹੈਗੀ ਆ ਜੈਲਸੀ ਕਿ ਕੋਈ ਸਾਡੇ ਤੋਂ ਪੜ੍ਹਿਆ ਲਿਖਿਆ ਜ਼ਿਆਦਾ ਬੰਦਾ ਨਾ ਆ ਜਾਵੇ, ਇਨਸਿਕਿਉਰਿਟੀ ਜਿਹਨੂੰ ਕਹਿੰਦੇ ਹੁੰਦੇ। ਹਾਂਜੀ, ਤੇ ਦੂਸਰੀ ਇਹਨਾਂ ਨੂੰ ਲੱਗਦਾ ਕਿ ਅਸੀਂ ਬਣ ਗਏ, ਬਸ ਇਹ ਗੱਲ ਕਹਿ ਦੇਵਾਂਗੇ ਲੋਕਾਂ ਨੂੰ। ਇਹ ਆਪਣੇ ਆਪ ਹੀ ਐਗਜ਼ਾਮਪਲ ਹੈ, ਮੈਂ ਬਣ ਗਿਆ ਮਿਨਿਸਟਰ, ਮੈਂ ਬਣ ਗਿਆ MLA, ਮੈਂ ਲੋਕਾਂ ਨੂੰ ਦੱਸੀ ਜਾਊਂਗਾ। ਡਾਕਟਰ ਸਾਹਿਬ, ਜਦੋਂ ਇਹਨਾਂ ਨੇ ਐਂਟਰ ਹੋਣਾ ਹੁੰਦਾ ਪੋਲਿਟਿਕਸ 'ਚ, ਤੁਸੀਂ ਨੋਟ ਕੀਤਾ ਹੋਣਾ, ਹਰ ਕੋਈ ਕਹੂ ਮੈਂ ਕਮਿਊਨਿਟੀ ਦੀ ਸੇਵਾ ਕਰਨਾ ਚਾਹੁੰਦਾ, ਮੈਂ ਬਹੁਤ ਕਮਾ ਲਿਆ ਤੇ ਹੁਣ ਮੈਂ ਕਮਿਊਨਿਟੀ ਨੂੰ ਗਿਵ ਬੈਕ ਕਰਨਾ ਚਾਹੁੰਦਾ। ਤੇ ਫਿਰ ਜਦੋਂ ਐਂਟਰ ਕਰ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਰੰਗ ਢੰਗ ਆ ਸਾਰੇ ਬਿਲਕੁਲ ਹੀ ਬਦਲ ਜਾਂਦੇ ਆ। ਦੇਖੋ, ਜਿਹੜਾ ਸ਼ਬਦ ਸੇਵਾ ਆ ਨਾ, ਮੈਨੂੰ ਜਦੋਂ ਅਟੈਕ ਹੋਇਆ ਹੈ, ਮੈਂ ਹਸਪਤਾਲ ਸੀ, ਉੱਥੇ ਹਸਪਤਾਲ ਦੇ ਵਿੱਚ ਲੇਡੀਜ਼ ਆਉਂਦੀਆਂ ਹੁੰਦੀਆਂ ਸੀ। ਸਟ੍ਰੋਕ, ਮੈਨੂੰ ਕੀ ਪਤਾ ਸੀ ਸਟ੍ਰੋਕ, ਪਹਿਲਾਂ ਪਤਾ ਹੀ ਨਹੀਂ ਸੀ। ਅਸੀਂ ਧਿਆਨ ਮਾੜਾ ਜਿਹਾ ਪੜ੍ਹਦੇ ਹਾਂ, ਕਾਰਡੀਅਕ ਅਰੈਸਟ ਆਹ ਹੁੰਦੀ ਹੈ, ਸਟ੍ਰੋਕ ਆਹ ਹੁੰਦਾ, ਪਰ ਡੀਟੇਲ ਨਹੀਂ ਹੁੰਦੀਆਂ ਸਾਡੇ ਕੋਲ। ਹਾਂਜੀ, ਉਹ ਹੁਣ ਹੋ ਚੁੱਕਾ ਹੈ ਤਾਂ ਉੱਥੇ ਲੰਬੇ ਪਏ ਉਹ ਓਲਡ ਲੇਡੀਜ਼ ਆ ਕੇ ਮੈਨੂੰ ਕਹਿੰਦੀਆਂ ਕਿ ਤੂੰ ਪੰਜਾਬੀ ਪੜ੍ਹ ਲੈਣਾ। ਮੈਂ ਕਿਹਾ ਪੜ੍ਹ ਲੈਣਾ। ਉਹ ਪੰਜਾਬੀ ਦੇ ਵਿੱਚ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਵੱਲੋਂ ਜਿਹੜਾ ਇੱਕ ਪੈਂਫਲੇਟ ਬਣਾਇਆ, ਉਹਨਾਂ ਨੇ ਪੰਜਾਬੀ ਵਾਲਾ ਲਿਆ ਕੇ ਮੈਨੂੰ ਦਿੱਤਾ, ਹਾਲਾਂਕਿ ਉਹ ਪੰਜਾਬੀ ਮੈਨੂੰ ਸਮਝ ਨਹੀਂ ਆਈ, ਜਿਹੜੀ ਗੂਗਲ ਟਰਾਂਸਲੇਸ਼ਨ ਕੀਤੀ। ਹਾਂਜੀ, ਤੇ ਜਾਂ ਕਿਸੇ ਬੰਦੇ ਨੂੰ ਦਿੱਤੀ ਹੋਣੀ ਜਿਹੜੇ ਕੈਨੇਡਾ ਵਿੱਚ ਰਹਿੰਦੇ, ਆਪਣੇ ਪੰਜਾਬੀ ਵੀ ਬਹੁਤ ਕਰਦੇ ਹਨ ਟਰਾਂਸਲੇਟ। ਹਾਂਜੀ, ਉਹਨਾਂ ਦੀ ਪੰਜਾਬੀ ਵੀ ਸਮਝ ਨਹੀਂ ਆਉਂਦੀ, ਮੈਨੂੰ ਨਹੀਂ ਆਉਂਦੀ। ਉਹ ਪੰਜਾਬੀ ਵੀ ਅੰਗਰੇਜ਼ੀ ਵਾਲੀ ਹੈ, ਆਈਸਲੈਂਡ ਤੋਂ ਪੰਜਾਬੀ ਆਏ ਲੱਗਦੇ ਹੋ। ਹਾਂਜੀ, ਅੱਛਾ, ਫਿਰ ਦੇਖੋ ਇਹ ਹੁੰਦੀ ਸੇਵਾ। ਉਹ ਹਸਪਤਾਲਾਂ 'ਚ ਉਹਨਾਂ ਦਿਨਾਂ 'ਚ ਤੁਰੀਆਂ ਫਿਰਦੀਆਂ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਪੈਂਡੈਮਿਕ ਕਰਕੇ ਕੋਈ ਨਹੀਂ ਜਾਣਦਾ ਸੀ। ਹਾਂਜੀ, ਘਰਦਿਆਂ ਨੂੰ ਵੀ ਨਹੀਂ ਸੌਣ ਦਿੰਦੇ। ਫਿਰ ਉਹਨਾਂ ਨੇ ਬੈਠ ਕੇ ਮੈਨੂੰ ਇਹ ਇਨਫੋਰਮੇਸ਼ਨ ਦਿੱਤੀ, ਫਿਰ ਦੱਸਿਆ ਕਿ ਰੀਹੈਬ ਕਿੱਥੋਂ ਹੁੰਦੀ ਆ, ਕਿੱਦਾਂ ਹੁੰਦੀ ਆ। ਫਿਰ ਉਹ ਇਨਕਰੇਜ ਕਰਦੀਆਂ ਹੁੰਦੀਆਂ ਸੀ, ਰੋਜ਼ ਹੀ ਆ ਕੇ ਦੋ ਜਣੀਆਂ ਬੈਠੀਆਂ ਕਿ ਇਹ ਕੋਈ ਗੱਲ ਨਹੀਂ, ਅੱਜ ਪਿਆ ਆ, ਅੱਜ ਤੋਂ ਉੱਠ ਨਹੀਂ ਹੁੰਦਾ, ਤੂੰ ਤੁਰਿਆ ਫਿਰਨਾ। ਇਨਕਰੇਜਮੈਂਟ ਦੇਣੀ। ਅਸੀਂ ਬਹੁਤ ਬੰਦਿਆਂ ਨੂੰ ਦੇਖਿਆ, ਉਹਨਾਂ ਨੇ ਮੈਨੂੰ ਦੱਸਣਾ ਇਹ ਫਲਾਨਾ 39 ਈਅਰ ਸੀ, ਉਹ ਫਲਾਨਾ 65 ਈਅਰ ਓਲਡ ਦੇਖਿਆ ਅਸੀਂ। ਤੇ ਉਹਨਾਂ ਬੰਦੇ ਨੂੰ ਹੌਸਲਾ ਮਿਲਦਾ ਕਿ ਵਾਕਿਆ ਹੀ ਇਹਨਾਂ ਨੇ ਠੀਕ ਹੈ, ਇਹਨਾਂ ਨੇ ਤਾਂ ਬੰਦੇ ਬਹੁਤ ਦੇਖੇ ਇੱਥੇ ਪੇਸ਼ੈਂਟਸ। ਉਹ ਸਿਰਫ ਵਲੰਟੀਅਰ ਕਰਦੀਆਂ ਹੁੰਦੀਆਂ ਸੀ। ਇਹਨੂੰ ਕਹਿੰਦੇ ਸੇਵਾ। ਜੀ, ਸੇਵਾ ਜੇ ਕਰਨੀ ਹੈ ਤਾਂ ਇਹਨਾਂ ਦੇ ਹੱਥ 'ਚ ਕੜਛੀ ਫੜਾ ਦਿਓ, ਜਿੱਥੇ ਕਿਚਨ ਬਣਾਉਂਦੇ ਆ ਆਪਣੇ, ਜਿੱਥੇ ਲੰਗਰ ਛਕਾਉਂਦੇ ਆ ਨਾ। ਹਾਂਜੀ, ਉਹ ਸੇਵਾ ਕਰਦੇ ਆ ਜੀ ਲੋਕਾਂ ਦੀ। ਤੇ ਸੇਵਾ ਹੀ ਕਰਨੀ ਤਾਂ ਉਹ ਸੇਵਾ ਕਰੋ। ਜੀ ਬਿਲਕੁਲ ਡਾਕਟਰ ਸਾਹਿਬ, ਕਹਿਣ ਦੇ ਨਾਲ ਨਹੀਂ ਨਾ ਕੁਝ ਹੁੰਦਾ ਹੈਗਾ। ਕਹਿਣ ਮਤਲਬ ਇਹ ਕੀ ਸੇਵਾ ਹੁੰਦੀ ਹੈ? ਮੈਂ ਇੱਕ ਮੁੱਖ ਮੰਤਰੀ ਬਣਾ, ਜਾਂ ਮੈਂ ਮਿਨਿਸਟਰ ਬਣਾ, ਜਾਂ ਮੈਂ MLA ਬਣਾ, MP ਬਣਾ, ਮੈਂ ਕੁਝ ਬਣਾ ਤਾਂ ਸੇਵਾ ਹੋਊਗੀ, ਅਦਰਵਾਈਜ਼ ਸੇਵਾ ਨਹੀਂ ਹੋਣੀ। ਸੇਵਾ ਇਹਨਾਂ ਨੂੰ ਤਾਂ ਤਨਖਾਹ ਮਿਲਦੀ ਹੈ, ਇਹ ਤਨਖਾਹ ਲੈ ਕੇ ਸੇਵਾ ਕਰਦੇ ਡਾਕਟਰ ਸਾਹਿਬ। ਤੁਸੀਂ ਭਾਈ ਕਨ੍ਹਈਆ ਨੂੰ ਸੁਣਿਆ ਸੀ ਕਿਸੇ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਹੋਵੇ ਬਈ ਤੁਸੀਂ ਮੇਰੀ ਪੇਚਕ ਨਹੀਂ ਦਿੱਤੀ? ਉਹ ਭਾਈ ਕਨ੍ਹਈਆ ਉਹ ਸੀਗੇ ਸੇਵਾਦਾਰ। ਹਾਂਜੀ, ਉਹਨਾਂ ਨੇ ਕੋਈ ਨਹੀਂ ਦੇਖਿਆ ਦੁਸ਼ਮਣ, ਕੋਈ ਨਹੀਂ ਦੇਖਿਆ ਦੋਸਤ,
ਸਾਰਿਆਂ ਨੂੰ ਪਾਣੀ ਪਿਲਾ ਰਹੇ, ਮਨੁੱਖਤਾ ਦੀ ਸੇਵਾ ਕੀਤੀ, ਮਨੁੱਖਤਾ ਦੀ ਸੇਵਾ ਕੀਤੀ। ਤੇ ਇਹ ਸੇਵਾ ਇਹ PR ਸਿਖਾਲਣੀ ਦੀ ਲੋੜ ਹੈ ਇਹਨਾਂ ਨੂੰ, ਕਿ ਜਿੱਦਾਂ ਕਹਿੰਦੇ ਕਿ ਨਾ ਸਾਨੂੰ ਲੋਕਾਂ ਨੇ ਕਿਹਾ। ਹਾਂਜੀ, ਇਹ ਬੜੀ ਪੁਰਾਣੀ, ਜਿੱਦਾਂ ਪੁਰਾਣਾ ਰਿਕਾਰਡ ਹੁੰਦਾ ਸੀ ਜਿਹੜਾ ਚਲਾਉਂਦੇ ਹੁੰਦੇ ਸੀ LP ਰਿਕਾਰਡ, ਇਹ ਪੁਰਾਣਾ ਰਿਕਾਰਡ ਆਇਆ PR ਵਾਲਿਆਂ ਦਾ। ਹੁਣ ਇੱਕ ਨਵਾਂ ਉਹੀ ਪੁਰਾਣਾ ਰਿਕਾਰਡ ਹੈ ਕਿ ਮੈਂ ਕਮਿਊਨਿਟੀ ਦੀ ਸੇਵਾ ਕਰਨਾ ਚਾਹੁੰਦਾ। ਹਾਂਜੀ, ਉਹਨੂੰ ਨਾਲ ਹੀ ਕੜਛੀ ਫੜਾ ਦੇ ਕੋਈ ਲਿਆ ਕੇ ਵੀ ਜਾ ਕੇ ਉੱਥੇ ਤੜਕਾ ਲਾਉਂਦੇ ਆ ਕਮਿਊਨਿਟੀ ਤੇ ਉਹ ਉੱਥੇ ਕਮਿਊਨਿਟੀ ਕਿਚਨ ਬਣਾਉਂਦੇ ਆ। ਇਹ ਐਕਚੁਅਲੀ ਮੁੰਡੇ ਇੱਥੋਂ ਲੈ ਕੇ ਜਾਂਦੇ ਆ ਲੰਗਰ, ਉਹ ਹੀਸਟਿੰਗ ਸਟਰੀਟ ਤੇ। ਹਾਂਜੀ, ਉੱਥੇ ਜਾ ਕੇ ਲੰਗਰ ਚਲਾਉਂਦੇ ਆ ਜੀ। ਉੱਥੇ ਦੇ ਲੋਕ ਵੀ ਸਮਝਦੇ ਆ ਕਿ ਵੀ ਸਿੱਖ ਜਿਹੜੇ ਆ ਇਹ ਐਕਚੁਅਲੀ ਮੁਫਤ ਦਾ ਲੰਗਰ ਛਕਾਉਂਦੇ ਆ। ਬਹੁਤੇ ਗੋਰੇ ਜਾਣਦੇ ਆ ਜੇ ਮੁਫਤ ਦੀ ਲੰਗਰ ਖਾਣਾ ਤਾਂ ਇਹਨਾਂ ਦੇ ਗੁਰਦੁਆਰੇ ਚਲ ਜਾਓ ਜੀ। ਇਹ ਹੁੰਦੀ ਹੈ ਸੇਵਾ। ਹਾਂਜੀ, ਸੇਵਾ ਇਹ ਨਹੀਂ ਹੁੰਦੀ ਵੀ ਮੈਨੂੰ ਕੋਈ ਡਿਪਟੀ ਕਮਿਸ਼ਨਰ ਬਣਾਓ ਫੇਰ ਸੇਵਾ ਕਰੂੰਗਾ। ਹਾਂਜੀ, ਕੋਈ ਮੈਨੂੰ ਅਹੁਦਾ ਦਿਓ ਫੇਰ ਮੈਂ ਸੇਵਾ ਕਰੂੰਗਾ, ਮੈਨੂੰ ਹੁਣ ਰਾਜਾ ਲਾ ਦਿਓ ਮੈਂ ਸੇਵਾ ਕਰੂੰਗਾ। ਇਹ ਹੈਗੀ ਹੈ ਆਕੜ। ਮੈਨੂੰ ਕੋਈ ਬਣਾਓ, ਮੈਂ ਫੇਰ ਉੱਥੇ ਤਾਂ ਬੋਲਣ ਜੋਗਾ ਹੈ ਨਹੀਂ, ਮੈਂ ਬੋਲ ਨਹੀਂ ਸਕਦਾ, ਪਰ ਮੈਂ ਲੋਕਾਂ ਦੇ ਵਿਆਹ ਅਟੈਂਡ ਕਰੂੰਗਾ, ਲੋਕਾਂ ਦੇ ਫਿਊਨਰਲ ਅਟੈਂਡ ਕਰੂੰਗਾ, ਲੋਕਾਂ ਦੇ ਮੈਰਿਜਸ, ਆਪਣੇ ਲੋਕਾਂ ਦੇ ਹੈਪੀ ਬਰਥਡੇ ਤੇ ਜਾਇਆ ਕਰੂੰਗਾ, ਲੋਕਾਂ ਦੇ ਕੁੱਤਾ ਮਰ ਜਵੇ ਮੈਂ ਜਾਇਆ ਕਰੂੰਗਾ। ਅਫਸੋਸ ਕਰਨ ਲਈ। ਡਾਕਟਰ ਸਾਹਿਬ, ਰੁਕ ਕਰਦੇ ਹਾਂ ਜੀ ਅਗਲੀ ਖਬਰ ਵੱਲ। RBC ਦੇ ਇਕਨੋਮਿਸਟ ਦਾ ਕਹਿਣਾ ਕਿ ਕੈਨੇਡਾ ਰਿਸੈਸ਼ਨ ਵੱਲ ਹੌਲੀ-ਹੌਲੀ ਵੱਧ ਰਿਹਾ। ਇਹ ਸ਼ਾਰਟ ਲਿਵਡ ਰਿਸੈਸ਼ਨ ਹੋ ਸਕਦਾ ਐਜ਼ ਕੰਪੇਅਰ ਟੂ ਜਿਹੜੇ ਪਹਿਲਾਂ ਰਿਸੈਸ਼ਨ ਦਾ ਸਾਹਮਣਾ ਕਰਨਾ ਪਿਆ। ਤੁਸੀਂ RBC ਦੇ ਇਕਨੋਮਿਸਟ ਦੀ ਇਸ ਰਿਪੋਰਟ ਤੇ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਤਕਰੀਬਨ ਸਾਰੇ ਇਕਨੋਮਿਸਟ ਇਹੀ ਕਹਿ ਰਹੇ ਕਿ ਜਿਸ ਤਰੀਕੇ ਨਾਲ ਵਿਆਜ ਦੀਆਂ ਦਰਾਂ ਵੱਧ ਰਹੀਆਂ ਉਸ ਨਾਲ ਲੋਕਾਂ ਦੀ ਪੇਮੈਂਟਸ ਦੇਣੀ ਬੜੀ ਔਖੀ ਹੈ। ਅੱਗੇ ਤਾਂ ਹੁੰਦਾ ਸੀ ਕਿ ਲੱਖ, 1.5 ਲੱਖ ਲਿਆ, 2 ਲੱਖ ਲਿਆ, 3 ਲੱਖ ਲਿਆ। ਅੱਜ ਕੱਲ੍ਹ ਤਾਂ ਮਿਲੀਅਨਸ ਆਫ ਡਾਲਰਸ ਲਏ ਆ ਲੋਕਾਂ ਨੇ ਘਰਾਂ ਦੇ ਉੱਤੇ। ਸੋ ਜਦੋਂ ਕਦੇ 1% ਚੜ੍ਹਦਾ, 0.5% ਚੜ੍ਹਦਾ, ਉਹਦੇ ਨਾਲ ਬੈਂਕ ਵਾਲੇ 1.5% ਕਰ ਦਿੰਦੇ ਆ, 1% ਕਰ ਦਿੰਦੇ ਆ, ਤੇ ਉਹਦੇ ਨਾਲ ਮੁਸ਼ਕਲਾਂ ਆਉਂਦੀਆਂ। ਉਹ ਫਿਰ ਆਪਣੇ ਰੈਂਟਲ ਤੇ ਪਾਉਂਦੇ ਆ। ਕਈਆਂ ਨੇ 2 ਬੇਸਮੈਂਟ ਬਣਾਈਆਂ, ਕਈਆਂ 3 ਬਣਾਈਆਂ। ਕਿੰਨਾ ਕੁ ਚਿਰ ਤੁਸੀਂ ਕਰੇ ਜਾਓਗੇ? ਹਾਂਜੀ, ਉਹਨਾਂ ਦੀ ਵੀ ਤਾਂ ਲਿਮਿਟ ਹੈ ਨਾ ਜੀ, ਰੈਂਟਲਸ ਦੀ ਵੀ ਤਾਂ ਲਿਮਿਟ ਹੈ। ਇਹ ਤਰੀਕਾ ਇੱਕ ਤਰੀਕਾ ਹੈ ਅਪਣਾਉਂਦੇ ਆ ਲੋਕੀ, ਪਰ ਹੁਣ ਇਹ ਕਹਿ ਰਹੇ ਆ ਕਿ ਨੰਬਰ 1 ਤੇ ਘਰਾਂ ਦੀ ਜਿਹੜੀ ਘਰਾਂ ਦੀ ਖਰੀਦੋ ਫਰੋਖਤ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਹੈ। ਹਾਂਜੀ, ਅੱਛਾ, ਦੂਸਰਾ ਬਹੁਤ ਇੱਕ ਮਾਰਕੀਟ ਦੇ ਵਿੱਚ ਨੋਟਿਸ ਕੀਤਾ ਉਹਨਾਂ ਨੇ ਕਿ ਘਰਾਂ ਦੀ ਪ੍ਰਾਈਸ ਵੀ ਥੱਲੇ ਨੂੰ ਆ ਰਹੀ ਹੈ। ਹਾਂਜੀ, ਹੁਣ ਇਹਦੇ ਨਾਲ ਹੀ ਜੇ ਰਿਸੈਸ਼ਨ ਆ ਜਾਵੇ, ਰਿਸੈਸ਼ਨ ਦਾ ਮਤਲਬ ਹੈ ਕਿ ਕਈ ਫੈਕਟਰੀਜ਼ ਇਦਾਂ ਦੀਆਂ ਆ ਜਿਨ੍ਹਾਂ ਦੇ ਕੋਲ ਪ੍ਰੋਡਕਸ਼ਨ ਜ਼ਿਆਦਾ ਆ ਤਾਂ ਉਹਨਾਂ ਦਾ ਸਮਾਨ ਵਿਕ ਨਹੀਂ ਰਿਹਾ। ਹਾਂਜੀ, ਤੇ ਉਹਨਾਂ ਨੇ ਵੇਅਰ ਹਾਊਸ ਭਰੇ ਪਏ ਆ, ਉਹਨਾਂ ਦੇ ਵਿੱਚੋਂ ਜੇ ਬੰਦੇ ਲੇ ਆਫ ਕਰਨੇ ਸ਼ੁਰੂ ਕਰਤੇ, ਜਿਹੜੇ ਬੰਦੇ ਪਹਿਲਾਂ ਪੇਮੈਂਟਸ ਕਰ ਰਹੇ ਆ ਹੁਣ ਇੱਕਦਮ ਜੌਬ ਜਾਂਦੀ ਲੱਗੀ, ਉਹਨਾਂ ਦਾ ਤਾਂ ਘਰ ਵੀ ਜਾਂਦਾ ਲੱਗਣਾ। ਰਿਸੈਸ਼ਨ ਹੁਣ ਕਹਿ ਰਹੇ ਆ ਵੀ ਥੋੜਾ ਚਿਰ ਚੱਲੂਗਾ, ਪਰ ਇਹ ਕਿਆਸਰਾ ਹੀ ਆ। ਜੇ ਰਿਸੈਸ਼ਨ ਆਉਣਾ ਆ ਤੇ ਰਿਸੈਸ਼ਨ ਵੱਡਾ ਵੀ ਆ ਸਕਦਾ ਔਰ ਲੰਬਾ ਵੀ ਆ ਸਕਦਾ। ਹਾਂਜੀ, ਇਹ ਹੁਣ ਥੋੜਾ ਜਿਹਾ ਇੱਕ ਕੌਨਫੀਡੈਂਸ ਆ ਬਿਲਡ ਕਰਦੇ ਇਕਨੋਮੀ ਦੇ ਵਿੱਚ, ਬੈਂਕ ਵਾਲੇ ਵੀ ਕਰਦੇ ਆ, ਸਰਕਾਰ ਵੀ ਕਰਦੀ ਆ, ਸੰਸਥਾਵਾਂ ਵੀ ਕਰਦੀਆਂ। ਕੌਨਫੀਡੈਂਸ ਵੀ ਇੱਕ ਚੀਜ਼ ਹੈ। ਜੇ ਕੌਨਫੀਡੈਂਸ ਹੋਵੇ, ਜਿਹਦਾ ਭਰੋਸਾ ਹੋਵੇ ਨਾ, ਲੋਕਾਂ ਨੂੰ ਇਹ ਪਤਾ ਹੋਵੇ ਮੇਰੀ ਜੌਬ ਨਹੀਂ ਜਾਂਦੀ ਲੱਗਣੀ ਕਦੇ ਵੀ, ਉਹ ਫਿਰ ਕੋਈ ਨਾ ਕੋਈ ਲੋਨ ਲੈਂਦੇ ਰਹਿੰਦੇ ਆ, ਕੋਈ ਹੋਰ ਚੀਜ਼ ਖਰੀਦਦੇ ਰਹਿੰਦੇ ਆ। ਜਿਨ੍ਹਾਂ ਨੂੰ ਪਤਾ ਲੱਗ ਜਾਵੇ ਮੇਰੀ ਹਾਲੇ ਜੌਬ ਜਾਂਦੀ ਲੱਗਣੀ ਹੈ, ਪਤਾ ਨਹੀਂ ਕੀ ਹੋਣਾ, ਉਹਨਾਂ ਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਵੀ ਹੁੰਦੀਆਂ ਉਹ ਵੀ ਨਹੀਂ ਲੈਂਦੇ। ਇਹ ਉਹਨਾਂ ਦਾ ਭਰੋਸਾ ਉੱਠ ਜਾਂਦਾ। ਹਾਂਜੀ, ਭਰੋਸਾ ਬਹੁਤ ਵੱਡੀ ਚੀਜ਼ ਹੈ, ਇਕਨੋਮੀ ਦੇ ਵਿੱਚ ਬਹੁਤ ਮੇਜਰ ਰੋਲ ਪਲੇ ਕਰਦਾ। ਜੀ ਬਿਲਕੁਲ। ਡਾਕਟਰ ਸਾਹਿਬ, ਸੈਂਟਰਲ ਬੈਂਕ ਵੱਲੋਂ ਆਪਣੇ 2% ਟਾਰਗੇਟ ਨੂੰ ਮੇਨਟੇਨ ਰੱਖਣ ਦੇ ਲਈ ਹੋਰ ਅਗਰੈਸਿਵ ਜਿਹੜੇ ਸਟੈਪਸ ਆ ਚੁੱਕੇ ਜਾਣ ਦੀ ਉਮੀਦ ਕੀਤੀ ਜਾ ਰਹੀ ਆ, ਤੇ ਇਕਨੋਮਿਸਟ ਵੱਲੋਂ 75 ਬੇਸਿਸ ਪੁਆਇੰਟ ਹਾਈਕ ਦੀ ਉਮੀਦ ਕੀਤੀ ਜਾ ਰਹੀ ਹੈ ਜੁਲਾਈ ਦੇ ਵਿੱਚ। ਦੇਖੋ, ਇਹ ਫਾਲੋ ਕਰਦੇ ਆ ਅਮਰੀਕਨ ਰਿਜ਼ਰਵ ਬੈਂਕ ਨੂੰ। ਅਮਰੀਕਾ ਵਾਲੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਅਸੀਂ ਜੁਲਾਈ ਦੇ ਵਿੱਚ ਵਧਾਉਣਾ ਹੈ। ਹਾਲਾਂਕਿ ਜੋ ਬਾਈਡਨ ਕੋਸ਼ਿਸ਼ ਕਰਦੇ ਆ ਉਹਨਾਂ ਦੇ ਪ੍ਰੈਸ਼ਰ ਪਾਉਣ ਦੀ ਕਿ ਤੁਸੀਂ ਜੇ ਵਧਾਉਣ ਲੱਗ ਪਏ ਤੇ ਸਾਡੇ ਰਿਸੈਸ਼ਨ ਆ ਜਾਵੇ,
ਖਾਸ ਤੌਰ ਤੇ ਨਵੰਬਰ ਤੋਂ ਇਲੈਕਸ਼ਨ ਤੋਂ ਪਹਿਲਾਂ ਨਾ ਆ ਜਾਵੇ, ਹਾਂਜੀ ਉਦੋਂ ਬਾਅਦ ਆ ਜਾਵੇ ਤਾਂ ਕੋਈ ਗੱਲ ਨਹੀਂ, ਥੋੜਾ ਚਿਰ ਚੱਲ ਲਵਾਂਗੇ, ਪਰ ਇਲੈਕਸ਼ਨ ਦੇ ਦੌਰਾਨ ਨਾ ਆ ਜਾਵੇ। ਹਾਂਜੀ ਇਲੈਕਸ਼ਨ ਦੇ ਦੌਰਾਨ ਲੋਕਾਂ ਨੂੰ, ਹੁਣ ਇੱਕ ਉਹਨਾਂ ਦੀ ਖਬਰ ਆਉਂਦੀ ਸੀ ਕਿ 88% ਲੋਕੀ ਜਿਹੜੇ ਕਹਿ ਰਹੇ ਕਿ ਅਮਰੀਕਾ ਗਲਤ ਪਾਸੇ ਨੂੰ ਤੁਰਿਆ। ਹਾਂਜੀ ਡਾਕਟਰ ਸਾਹਿਬ, ਇਹ ਵੀ ਇੱਕ ਸਰਵੇ ਆ ਜਿਹੜਾ ਮੈਨਮਥ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ। ਦੇਖੋ ਇੰਨਾ ਇਹ ਕੌਨਫੀਡੈਂਸ ਦੀ ਗੱਲ ਹੈ। ਤੁਸੀਂ ਕਹਿਣਾ ਕਿ 10 ਚੋਂ 9 ਬੰਦੇ ਕਹਿਣ ਕਿ ਅਸੀਂ ਗਲਤ ਪਾਸੇ ਨੂੰ ਤੁਰੇ ਜਾ ਰਹੇ ਹਾਂ। ਹਾਂਜੀ, ਉਹ ਕਹਿੰਦੇ ਕਿ ਯੂਐਸ ਰੋਂਗ ਟਰੈਕ ਤੇ ਜਾ ਰਹੇ ਆ 88% ਲੋਕ ਜਿਹੜੇ ਆ। ਜਿਹੜੇ ਬੰਦੇ ਇਹ 88% ਇਹ ਕਹਿੰਦੇ ਕਿ ਗਲਤ ਪਾਸੇ ਨੂੰ ਜਾ ਰਿਹਾ, ਗਲਤ ਪਾਸੇ ਨੂੰ ਕੌਣ ਲਿਜਾ ਰਿਹਾ? ਇਸ ਵੇਲੇ ਪਾਵਰ ਦੇ ਵਿੱਚ ਕੌਣ ਹੈ? ਬਾਈਡਨ ਸਾਹਿਬ ਪਾਵਰ ਦੇ ਵਿੱਚ ਹੈ। ਡੈਮੋਕ੍ਰੈਟਸ ਨੇ ਦੋਏ ਹਾਊਸ ਕੰਟਰੋਲ ਕੀਤੇ ਆ, ਉਹ ਪਾਵਰ ਦੇ ਵਿੱਚ ਹੈ। ਸੋ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਜਿਹੜਾ ਗੁੱਸਾ ਆ ਉਹ ਤਾਂ ਇਹੀ ਆ ਕਿ ਜਿਹੜੇ ਸਾਨੂੰ ਗਲਤ ਪਾਸੇ ਲਿਜਾ ਰਹੇ ਆ, ਇਹ ਜ਼ਰੂਰੀ ਨਹੀਂ ਕਿ ਰਿਪਬਲਿਕਨ ਪਾਰਟੀ ਨੇ ਉਹਨਾਂ ਲਈ ਕੋਈ ਹੱਲ ਲੈ ਕੇ ਆ ਜਾਣਾ। ਇਹ ਇਲੈਕਸ਼ਨ ਹਮੇਸ਼ਾ ਇਦਾਂ ਹੀ ਚੱਲਦੀਆਂ ਕਿ ਅਸੀਂ ਵੋਟ ਪਾਉਂਦੇ ਆ, ਜਿਹੜਾ ਵੀ ਬੰਦਾ ਗਲਤ ਸਾਨੂੰ ਲੱਗਦਾ ਹੈ ਅਸੀਂ ਕਹਿੰਦੇ ਕਿ ਆਹ ਦੋਏ ਚੋਰ ਆ, ਆਹ ਜ਼ਿਆਦਾ ਚੋਰੀ ਕਰਦਾ, ਘੱਟ ਚੋਰੀ ਕਰਦਾ। ਹਾਂਜੀ, ਦੋਏ ਝੂਠ ਬੋਲਦੇ ਆ, ਜ਼ਿਆਦਾ ਜੋ ਬੋਲਦਾ ਘੱਟ ਬੋਲਦਾ। ਸਾਨੂੰ ਉਦੋਂ ਲੱਗਦਾ ਹੀ ਹੁੰਦਾ ਜਦੋਂ ਜਿਹੜਾ ਘੱਟ ਬੋਲਦਾ ਆ ਉਹਨੂੰ ਤੁਸੀਂ ਸਰਕਾਰ ਬਣਾਉਂਦੇ ਆ। 3 ਮਹੀਨਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਉਹਨਾਂ ਦੇ ਲੋਕਾਂ ਦਾ ਮਨ ਉਧਰਲੇ ਪਾਸੇ ਹੋ ਗਿਆ ਨਾ। ਹਾਂਜੀ, ਵੀ ਇਹ ਗੱਪਾਂ ਹੀ ਮਾਰੀ ਜਾਂਦੇ ਹਰ ਰੋਜ਼। ਮੀਡੀਆ ਨੇ ਤਾਂ ਖਬਰ ਦੇਣੀ ਹੀ ਹੁੰਦੀ ਨਾ। ਹੁਣੇ ਕੱਲ ਸਿਹਤ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ, ਅਸੀਂ ਚੰਗੀਆਂ ਸਿਹਤ ਸੇਵਾਵਾਂ ਲਈ ਵਚਨਬੱਧ ਹਾਂ। ਦੱਸੋ ਇਹ ਛਾਪਣ ਦੀ ਕੀ ਲੋੜ ਹੈ? ਜਦੋਂ ਚੰਗੀਆਂ ਸਿਹਤ ਸੇਵਾਵਾਂ ਆ ਗਈਆਂ ਉਸ ਵੇਲੇ ਅਸੀਂ ਛਾਪ ਦੇਵਾਂਗੇ। ਹਾਂਜੀ, ਹੁਣ ਮੈਂ ਕਹਿ ਦੇਵਾਂ ਕਿ ਮੇਰਾ ਤਾਂ ਮੇਰੇ ਮਨ 'ਚ ਆ ਵੀ 4 ਬਾਲਟੀਆਂ ਲਿਜਾ ਕੇ ਸੂਰਜ ਤੇ ਜਾਣਾ ਜ਼ਰੂਰ। ਜਦੋਂ ਚੱਲ ਜਾਊਗਾ ਤਾਂ ਪਹੁੰਚ ਜਾਊਗਾ ਤਾਂ ਫਿਰ ਲਿਖ ਦੇਵਾਂਗੇ, ਆਪੇ ਪਤਾ ਲੱਗ ਜੂ ਡਾਕਟਰ ਸਾਹਿਬ। ਫਿਰ ਤਾਂ ਤੇਰੀਆਂ ਬਾਲਟੀਆਂ ਦੇ ਨਾਲ ਹੀ ਤੂੰ ਪਿਘਲ ਜਾਣਾ ਉੱਥੇ। ਪਰ ਇਹ ਹੈਗੀ ਆ ਐਡਵਰਟਾਈਜ਼ਮੈਂਟ ਦੀ ਗੱਲ। ਹਾਂਜੀ, ਸੋ ਭਰੋਸਾ ਜਿਹੜਾ ਆ ਇੱਕ ਬਹੁਤ ਵੱਡਾ ਮੇਜਰ ਹੈ। ਹਾਂਜੀ, ਇਕਨੋਮੀ ਦੇ ਵਿੱਚ ਖਾਸ ਤੌਰ ਜੇ ਭਰੋਸਾ ਹੋਊਗਾ ਲੋਕਾਂ ਨੂੰ ਤੇ ਖਰੀਦੋ ਫਰੋਖਤ ਕਰਦੇ ਆ, ਜੇ ਨਹੀਂ ਤਾਂ ਉਹ ਖਰੀਦਣ। ਜੇ ਚੀਜ਼ਾਂ ਨਹੀਂ ਖਰੀਦਦੇ ਤਾਂ ਉਹਨਾਂ ਦੀ ਕੀਮਤ ਨਹੀਂ ਵਧਣੀ ਜੀ, ਉਹਨਾਂ ਦੀ ਕੀਮਤ ਥੱਲੇ ਨੂੰ ਜਾਣ ਲੱਗੀ ਹੈ। ਹੁਣ ਤਾਂ ਇਹ ਲੋਕਾਂ ਦੀ ਕੰਪਲੇਂਟ ਇਹ ਆ ਵੀ ਕੀਮਤਾਂ ਵਧੀ ਜਾ ਰਹੀਆਂ। ਹੁਣ ਥੋੜਾ ਜਿਹਾ ਤੁਸੀਂ ਗੈਸ ਵੀ ਦੇਖੋ, ਇਹ ਥੱਲੇ ਨੂੰ ਆ ਰਿਹਾ। ਹਾਂਜੀ, ਇਹ ਆ ਰਿਹਾ। ਇੱਕ ਤਾਂ ਇੰਡੀਆ ਵਾਲਿਆਂ ਨੇ ਰਸ਼ੀਆ ਦੇ ਕੋਲੋਂ ਖਰੀਦ ਰਹੇ ਆ, ਬਹੁਤ ਸਸਤਾ ਖਰੀਦ ਰਹੇ ਆ। ਹਾਂਜੀ, ਇਹ ਤੇ ਦੁਖੀ ਤਾਂ ਹੈਗੇ ਆ। ਹਾਂਜੀ, ਉਹਨਾਂ ਤੇ ਪ੍ਰੈਸ਼ਰ ਤਾਂ ਪਾਇਆ ਹੈ ਕਿ ਇੰਡੀਆ ਵਾਲੇ ਕਹਿੰਦੇ ਕਿ ਸਾਡੇ ਨੈਸ਼ਨਲ ਇੰਟਰਸਟ ਦੇ ਵਿੱਚ, ਸਾਡੇ ਕੌਮੀ ਹਿੱਤ ਦੇ ਵਿੱਚ ਇਹ ਆ ਕਿ ਅਸੀਂ 25% ਜਿਹੜਾ ਵੈਸੇ ਖਰੀਦਦੇ ਆ ਉਹ ਆਇਲ ਰਸ਼ੀਆ ਤੋਂ। ਤੀਜਾ ਵੱਡਾ ਇੰਪੋਰਟਰ ਇੰਡੀਆ ਆ ਆਇਲ ਦਾ। ਅੱਛਾ, ਦੂਸਰੀ ਗੱਲ ਇਹਨਾਂ ਦੇ ਇਕਨੋਮਿਸਟ ਫੇਰ ਕਹਿੰਦੇ ਆ ਕਿ ਜੇ ਇੰਡੀਆ ਵਾਲੇ ਰਸ਼ੀਆ ਤੋਂ ਨਾ ਖਰੀਦਣ, ਇੰਟਰਨੈਸ਼ਨਲ ਮਾਰਕੀਟ ਤੋਂ ਦੂਜੇ ਦੇਸ਼ਾਂ ਤੋਂ ਖਰੀਦਣ ਤਾਂ $8 ਤੋਂ $10 ਪ੍ਰਤੀ ਬੈਰਲ ਕੀਮਤ ਵੱਧ ਜਾਵੇ, ਕਿਉਂਕਿ ਜਿੰਨਾ ਤੇਲ ਅਸੀਂ ਖਰੀਦਦੇ ਹਾਂ ਇੰਡੀਆ ਦੇ ਵਿੱਚ। ਹਾਂਜੀ, ਸੋ ਉਹ ਇਹਦੇ ਵਿੱਚ ਚੰਗੀ ਗੱਲ ਵੀ ਹੈਗੀ ਹੈ। ਜਦੋਂ ਦੋਏ ਪਾਸੇ ਦੇਖਦੇ ਨਾ, ਵੀ ਚੰਗੀ ਗੱਲ ਵੀ ਹੁੰਦੀ ਹੈ, ਮਾੜੀ ਗੱਲ ਵੀ ਹੁੰਦੀ ਹੈ। ਚੰਗੀ ਗੱਲ ਇਹ ਆ ਕਿ ਇਹਦੀ ਕੀਮਤ ਇੰਨੀ ਨਹੀਂ ਵਧੀ ਜੇ ਇੰਡੀਆ ਵੀ ਖਰੀਦਦਾ ਹੁੰਦਾ ਉਸੇ ਮਾਰਕੀਟ। ਹਾਂਜੀ, ਕਿਉਂਕਿ ਡਿਮਾਂਡ ਜ਼ਿਆਦਾ ਹੋ ਜਾਣੀ ਸੀ ਜੀ। ਹੁਣ $100 ਤੋਂ ਘਟ ਗਿਆ ਕੀਮਤ ਜਿਹੜੀ ਇਹ ਬੈਰਲ ਦੀ। ਤੇ ਜੇ ਰਿਸੈਸ਼ਨ ਆ ਜਾਵੇ ਤਾਂ ਫੋਲ ਉਦੋਂ ਵੀ ਘਟੂਗਾ। ਹਾਂਜੀ, ਪਰ ਜੇ ਨਾ ਰਿਸੈਸ਼ਨ ਆਇਆ, ਇਹ ਅਜੇ ਕਿਆਸ ਰਾਹ ਹੀ ਲਾ ਰਹੇ। ਹਾਂਜੀ, ਇਸ ਵੇਲੇ ਤਾਂ ਇਹੀ ਸੋਚਦੇ ਆ ਕਿ ਰਿਸੈਸ਼ਨ ਆ ਸਕਦਾ ਹੈ। ਹਾਂਜੀ, ਹੋ ਸਕਦਾ ਇਹ ਆਵੇ ਹੀ ਨਾ। ਪ੍ਰੈਡਿਕਟ ਕਰ ਰਹੇ ਹਜੇ, ਪ੍ਰੈਡਿਕਟ ਕਰ ਰਹੇ। ਪਰ ਲੱਗਦਾ ਇਦਾਂ ਆ ਵੀ ਜਿਸ ਤਰੀਕੇ ਦੇ ਨਾਲ ਸਾਨੂੰ ਵਿਆਜ ਦਰਾਂ ਵਧਾਉਣੀਆਂ ਪੈ ਰਹੀਆਂ ਨਾ, ਉਸ ਤਰੀਕੇ ਨਾਲ ਲੋਕੀ ਚਾਹੇ ਘਰ ਲਏ ਆ, ਚਾਹੇ ਹੋਰ ਬਿਜ਼ਨਸ ਲਏ ਆ, ਉਹ ਕਦੇ ਵੀ ਆਪਣੀਆਂ ਪੇਮੈਂਟਸ ਇੰਨੀਆਂ ਉੱਚੀਆਂ ਨਹੀਂ ਦੇ ਸਕਦੇ। ਹਾਂਜੀ, ਉਹ ਵੀ ਤਾਂ ਲਿਮਿਟ ਹੈ ਨਾ, ਕਿੰਨੇ ਕੁ ਪੈਸੇ ਦੇ ਜਾਣਗੇ ਬੈਂਕਾਂ ਨੂੰ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਹੁਣੇ ਤੁਸੀਂ ਪਹਿਲਾਂ ਗੱਲ ਕਰਦੇ ਸੀ ਆਹ ਪੋਲ ਦੇ ਬਾਰੇ, ਇਹਦੇ ਵਿੱਚ ਨਾ ਜੋ ਬਾਈਡਨ ਦੀ ਪਰਫਾਰਮੈਂਸ ਨੂੰ 58% ਤੋਂ ਵੀ ਜ਼ਿਆਦਾ ਲੋਕਾਂ ਨੇ ਡਿਸਅਪਰੂਵ ਕਰ ਦਿੱਤਾ
ਤੇ 57% ਜਿਹੜੇ ਅਮਰੀਕਨਸ ਨੇ ਉਹ ਮੰਨਦੇ ਆ, ਉਹ ਕਹਿੰਦੇ ਕਿ ਜਿਹੜੇ ਪਿਛਲੇ 6 ਮਹੀਨਿਆਂ ਵਿੱਚ ਫੈਡਰਲ ਸਰਕਾਰ ਨੇ ਪਾਲਿਸੀਜ਼ ਬਣਾਈਆਂ ਜਾਂ ਲੈ ਕੇ ਆਂਦੀਆਂ ਨੇ ਉਹਨੇ ਸਿਚੁਏਸ਼ਨ ਨੂੰ ਬਿਲਕੁਲ ਵਰਸਟ ਕਰਕੇ ਰੱਖਤਾ। ਇਹ ਪਹਿਲੀ ਵਾਰ ਆ ਕਿ ਜਿਹੜੇ ਅਮਰੀਕਨਸ ਨੇ ਸਟ੍ਰੈਟੇਜਿਕ ਰਿਜ਼ਰਵ ਰੱਖੇ ਆ। ਉਹਦਾ ਮਤਲਬ ਹੈ ਜੇ ਕਿਤੇ ਸਾਨੂੰ ਲੋੜ ਪਵੇ ਐਮਰਜੈਂਸੀ ਦੇ ਵਿੱਚ, ਇੱਕ ਤਾਂ ਉਹ ਖੋਲ ਦਿੱਤੇ, ਦੂਸਰਾ ਉਹਨਾਂ ਨੂੰ ਖੋਲ ਕੇ ਇੰਟਰਨੈਸ਼ਨਲ ਮਾਰਕੀਟ ਤੇ ਵੇਚ ਰਹੇ ਆਇਲ, ਤਾਂ ਕਿ ਪ੍ਰਾਈਸ ਤੇ ਸਪਲਾਈ ਜ਼ਿਆਦਾ ਕੀਤੀ ਜਾਵੇ, ਪ੍ਰਾਈਸ ਘਟੇ। ਇਹ ਤਾਂ ਕੋਸ਼ਿਸ਼ ਹੈਗੀ ਜੋ ਬਾਈਡਨ ਦੀ। ਵੈਸੇ ਉਹਨਾਂ ਨੇ ਸਟ੍ਰੈਟੇਜਿਕ ਰਿਜ਼ਰਵ ਵੀ ਇੰਟਰਨੈਸ਼ਨਲ ਮਾਰਕੀਟ ਤੇ ਪਾ। ਦੂਸਰਾ ਇਹਨਾਂ ਨੇ ਫ੍ਰੈਕਿੰਗ ਵਾਲੀ ਇੰਡਸਟਰੀ ਬੰਦ ਕਰਤੀ, ਜਿਹਦੇ ਨਾਲ ਆਇਲ ਨਿਕਲਦਾ ਸੀ, ਗੈਸ ਨਿਕਲਦਾ ਸੀ। ਸੋ ਉਹਦੇ ਵਿੱਚ এনवायरमेंट ਦੀ ਗੱਲ ਕਰਦੇ ਸੀ। ਹੁਣ ਤਾਂ ਮੇਰੇ ਖਿਆਲ ਪਛਤਾਉਂਦੇ ਹੋਣੇ ਆ। ਤੀਸਰੀ ਗੱਲ ਸਾਡੇ ਲਈ ਕੈਨੇਡਾ ਵਾਲਿਆਂ ਦੀ, ਇੱਥੇ ਬਹੁਤ ਮੇਜਰ ਇੱਕ ਪਾਈਪਲਾਈਨ ਜਾਣੀ ਸੀ ਜਿਹੜੀ ਪਹਿਲਾਂ ਅਪਰੂਵਲ ਦੇ ਚੁੱਕੇ ਸੀ ਜੋ ਪ੍ਰੈਜ਼ੀਡੈਂਟ ਟਰੰਪ। ਇਹਨਾਂ ਨੇ ਆਉਂਦਿਆਂ ਨੇ ਬਿਨਾਂ ਸੋਚੇ ਸਮਝੇ ਬੰਦ ਕਰਤੀ। ਹੁਣ ਮਨ ਦੇ ਵਿੱਚ ਉਹ ਦੂਜੇ ਨਾਲ ਦੇ ਐਡਵਾਈਜ਼ਰ ਇਹ ਕਹਿ ਰਹੇ ਆ ਮੀਡੀਆ ਨੂੰ ਕਿ ਉਹ ਵੈਸੇ ਜਲਦੀ ਨਾਲ ਲਿਆ ਕਦਮ ਸੀ। ਇੱਕ ਤਾਂ ਅਲਬਰਟਾ ਦੀ ਇਕਨੋਮੀ ਨੂੰ ਧੱਕਾ ਲੱਗਦਾ, ਦੂਸਰਾ ਇਹਨਾਂ ਨੂੰ ਸਪਲਾਈ ਮਿਲ ਰਹੀ ਸੀ ਮੁਫਤ ਦਾ ਮਤਲਬ ਤੇਲ ਤਾਂ ਮੁਫਤ ਨਹੀਂ ਹੈ, ਪਰ ਲਗਾਤਾਰ ਸਪਲਾਈ ਤੇਲ ਦੀ ਕੰਟੀਨਿਊਸਲੀ ਮਿਲ ਰਹੀ ਹੈ ਤੁਹਾਨੂੰ। ਉਹਦੇ ਨਾਲ ਪ੍ਰਾਈਸਿਸ ਤੁਸੀਂ ਆਪਣੀਆਂ ਘੱਟ ਕਰ ਸਕਦੇ ਹੋ। ਸੋ ਵਾਕਿਆ ਹੀ ਕਈ ਵਾਰ ਸਰਕਾਰਾਂ ਦੀ ਆਪਣੀ ਪਾਲਿਸੀ ਵੀ ਹੁੰਦੀ ਹੈ। ਸੋ ਜੋ ਬਾਈਡਨ ਦੀਆਂ ਕੁਛ ਇੱਕ ਪਾਲਿਸੀਜ਼ ਸੀ ਜਿਨ੍ਹਾਂ ਨੇ ਕੀਮਤਾਂ ਨੂੰ ਅਸਮਾਨੀ ਛੂਟ। ਹਾਂਜੀ, ਅੱਛਾ, ਸਾਰੀ ਜਿਹੜੀਆਂ ਕੀਮਤਾਂ ਤਾਂ ਨੂੰ ਚੜ ਰਹੀਆਂ ਉਹਨਾਂ ਲਈ ਜੋ ਬਾਈਡਨ ਜ਼ਿੰਮੇਵਾਰ ਨਹੀਂ ਆ, ਪਰ ਲੋਕਾਂ ਨੇ ਤਾਂ ਉਹਨੂੰ ਹੀ ਕਹਿਣਾ ਹੈ ਜਿਹੜਾ ਬੰਦਾ ਬੈਠਾ ਹੈ ਕੁਰਸੀ ਤੇ। ਹਾਂਜੀ, ਕ੍ਰੈਡਿਟ ਵੀ ਉਹਨਾਂ ਨੂੰ ਮਿਲਣੀ ਆ ਤੇ ਨੁਕਸਾਨ ਵੀ ਉਹਨਾਂ ਨੂੰ ਹੋਣਾ। ਹਾਂਜੀ, ਬਿਲਕੁਲ। ਡਾਕਟਰ ਸਾਹਿਬ, ਰੁਖ ਕਰਦੇ ਹਾਂ ਜੀ ਅਗਲੀ ਖਬਰ ਵੱਲ। ਫਾਰਮਰ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਕਸ ਮਿਲਟਰੀ ਐਡਵਾਈਜ਼ਰ ਕਰਨਲ ਡੋਨਲ ਮੈਕਗ੍ਰੇਗਰ ਨੇ ਕਿਹਾ ਕਿ ਜੇਕਰ ਯੂਕਰੇਨ ਨੇ ਰਸ਼ੀਆ ਦੇ ਨਾਲ ਸ਼ਾਂਤੀਪੂਰਵਕ ਹੱਲ ਨਹੀਂ ਕੀਤਾ ਤਾਂ ਜਿਹੜਾ ਯੂਕਰੇਨ ਆ ਨਾ ਇਹ ਨਕਸ਼ੇ ਤੋਂ ਹੀ ਅਲੋਪ ਹੋ ਸਕਦਾ। ਕੀ ਕਹਿਣਾ ਚਾਹੋਗੇ? ਦੇਖੋ, ਉਹਨਾਂ ਦੀ ਗੱਲ ਤਾਂ ਠੀਕ ਹੈ। ਇੱਕ ਪਾਸੇ ਤੁਸੀਂ ਦੇਖੋ ਕਿ ਮੈਪ ਹਮੇਸ਼ਾ ਹੀ ਬਦਲਦੇ ਰਹਿੰਦੇ। ਕੋਈ ਜਿਹੜੇ ਅੱਜ ਮੁਲਕ ਆ ਇਹ ਅੱਜ ਤੋਂ 30 ਸਾਲ ਪਹਿਲਾਂ ਨਹੀਂ ਸੀ। ਤੁਸੀਂ ਅੱਜ ਤੋਂ ਤਕਰੀਬਨ 35 ਸਾਲ ਪਹਿਲਾਂ ਦਾ ਮੈਪ ਦੇਖ ਲਓ, ਅੱਜ ਦਾ ਮੈਪ ਦੇਖ ਲਓ। ਉਦੋਂ ਮੁਲਕ ਹੋਰ ਸੀਗੇ, ਹੁਣ ਮੁਲਕ ਹੋ ਗਿਆ। ਮੈਂ ਸਦੀਆਂ ਦੀ ਗੱਲ ਨਹੀਂ ਕਰਦਾ, ਸਦੀਆਂ ਪਹਿਲਾਂ ਤਾਂ ਬਿਲਕੁਲ ਮੈਪ ਵੱਖਰੇ ਹੁੰਦੇ ਸੀ। 30-32 ਸਾਲਾਂ ਦੀ ਗੱਲ ਹੈ। ਉਹਨਾਂ 32 ਸਾਲਾਂ ਵਾਲੇ ਮੈਪ ਦੇ ਵਿੱਚ ਯੂਕਰੇਨ ਵੀ ਇੱਕ ਸਟੇਟ ਨਹੀਂ ਸੀ ਹੁੰਦਾ। ਇਹ ਸੋਵੀਅਤ ਯੂਨੀਅਨ ਦਾ ਇੱਕ ਅੰਗ ਸੀ, ਉਹਨਾਂ ਦੀ ਇੱਕ ਰਿਪਬਲਿਕ ਸੀ। ਅੱਜ ਇਹ ਵੱਖਰਾ ਦੇਸ਼ ਬਣੇ ਆ। ਉਸ ਤੋਂ ਪਹਿਲਾਂ ਰਸ਼ੀਆ ਤੇ ਯੂਕਰੇਨ ਇਕੱਠੇ ਇੱਕ ਮੁਲਕ ਹੁੰਦਾ ਸੀ ਬਹੁਤ ਲੰਬਾ ਸਮਾਂ। ਐਕਚੁਅਲੀ ਰਸ਼ੀਆ ਦੀ ਰਾਜਧਾਨੀ ਕੀਵ ਹੁੰਦੀ ਸੀ, ਜਿਹੜੀ ਕੀਵ ਜਿਹੜੀ ਅੱਜ ਕੱਲ ਯੂਕਰੇਨ ਦੀ ਰਾਜਧਾਨੀ ਹੈ। ਹਾਂਜੀ, ਇਹ ਰਸ਼ੀਆ ਦੀ ਰਾਜਧਾਨੀ ਹੁੰਦੀ ਸੀ ਪਹਿਲਾਂ। ਰਸ਼ੀਆ ਤੁਸੀਂ ਉੱਥੇ ਜਾ ਕੇ ਦੇਖੋ, ਰਸ਼ੀਅਨ ਆਰਥੋਡਾਕਸ ਦੇ ਚਰਚ ਦੇ ਬਹੁਤ ਵੱਡੇ ਆਪਣੇ ਗਿਰਜੇ ਬਣੇ ਹੋਏ ਬੜੇ। ਉਹ ਉਸ ਸਮੇਂ ਦੀ ਗੱਲ ਹੈ ਜਦੋਂ ਇਹਨਾਂ ਦਾ ਹੇਡੇ ਕਹਿੰਦੇ ਹੁੰਦੇ ਅਸੀਂ, ਜਦੋਂ ਬਿਲਕੁਲ ਰਸ਼ੀਆ ਵਾਲਿਆਂ ਦੇ ਈਸਟਰਨ ਯੂਰਪ ਦੇ ਵਿੱਚ ਪੂਰੇ ਫੈਲੇ ਹੋਏ ਸੀ। ਹੁਣ ਇਹਨਾਂ ਨੇ ਚੇਤਾਵਨੀ ਇਸ ਕਰਕੇ ਦਿੱਤੀ ਕਿ ਦੇਖੋ ਅੱਜ ਤਾਈਂ ਜਿੰਨੇ ਵੀ ਹਥਿਆਰ ਵੇਚੇ ਆ ਇਹਨਾਂ ਨੇ ਭੇਜੇ ਆ ਉਹਨਾਂ ਨੂੰ ਮੁਫਤ ਤੇ, ਉਹਨਾਂ ਦੇ ਵਿਕ ਗਏ। ਫਿਰ ਤੁਸੀਂ ਦੇਖ ਲਓ ਜਿੱਦਣ ਦੀ ਲੜਾਈ ਲੱਗੀ ਆ ਅਜੇ ਤਾਈਂ ਉਹ ਲੜਾਈ ਯੂਕਰੇਨ ਦੀ ਧਰਤੀ ਤੇ ਹੀ ਆ। ਜੇ ਤੁਹਾਡੇ ਤੋਂ ਹਥਿਆਰ ਹੋਣ ਤਾਂ ਤੁਸੀਂ ਜੇ ਉਹਨਾਂ ਹਥਿਆਰਾਂ ਦੇ ਨਾਲ ਇਹ ਲੜਾਈ ਆਪਣੇ ਰਸ਼ੀਆ ਦੀ ਧਰਤੀ ਤੇ ਨਹੀਂ ਹੋਣੀ ਚਾਹੀਦੀ ਜੀ। ਰਸ਼ੀਆ ਦੀ ਧਰਤੀ ਖੁਸ਼ ਨਹੀਂ ਹੋ ਰਿਹਾ। ਉਹਨਾਂ ਦੀ ਫੌਜ ਯੂਕਰੇਨ ਦੇ ਵਿੱਚ ਆ ਕੇ ਇੱਕ ਤਾਂ ਕ੍ਰਾਈਮੀਆ ਲੈ ਲਿਆ ਉਹਨਾਂ ਨੇ, ਡਨਬਸ ਰੀਜਨ ਲੈ ਲਿਆ। ਹੁਣ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇ ਇਸ ਤਰੀਕੇ ਨਾਲ ਲੜਾਈ ਚੱਲਦੀ ਰਹੀ, ਕਿਉਂਕਿ ਅਜੇ ਇੰਨਾ ਹੀ ਹੋਇਆ ਨਾ, ਪਹਿਲਾਂ ਜ਼ੈਲੈਂਸਕੀ ਸਾਹਿਬ ਨੇਟੋ ਦੇ ਮੈਂਬਰ ਬਣਨਾ ਚਾਹੁੰਦੇ ਸੀ, ਉਸ ਤੋਂ ਬਾਅਦ ਇਹਨਾਂ ਨੇ ਕਹਿਤਾ ਨੇਟੋ ਦੇ ਨਹੀਂ ਬਣਨੇ। ਫਿਰ ਉਹਨਾਂ ਨੇ ਕ੍ਰਾਈਮੀਆ ਦੇ ਪਹਿਲਾਂ ਹੀ ਲੈ ਚੁੱਕੇ ਆ, ਡਨਬਸ ਰੀਜਨ ਲੈ ਲਿਆ।
ਹੁਣ ਅੱਗੇ ਤੁਸੀਂ ਦੇਖਿਓ 3-4 ਮਹੀਨਿਆਂ 'ਚ ਉਹਨਾਂ ਨੇ ਕੀ ਲੈਣਾ। ਹਾਂਜੀ, ਮਤਲਬ ਅੱਗੇ ਹੀ ਵੱਧ ਰਹੇ ਆ ਰਸ਼ੀਆ ਵਾਲੇ। ਜੇ ਉਹ ਚਾਹਣ ਤਾਂ ਵੈਸੇ ਉਹ ਇਹਨਾਂ ਨੂੰ 2 ਦਿਨਾਂ ਦੇ ਵਿੱਚ ਤਬਾਹ ਕਰ ਸਕਦੇ, ਉਹਨਾਂ ਤੋਂ ਇੰਨੀ ਪਾਵਰ ਹੈਗੀ। ਹਾਂਜੀ, ਅਜੇ ਤਾਈਂ ਉਹਨਾਂ ਨੇ ਉਹ 에ਅਰ ਫੋਰਸ ਉਹ ਮਿਸਾਈਲਸ ਯੂਜ਼ ਨਹੀਂ ਕੀਤੀਆਂ, ਕਿਉਂਕਿ ਅਜੇ ਤੱਕ ਡੂਮਾ ਨੇ ਡਿਕਲੇਅਰ ਨਹੀਂ ਕੀਤਾ ਕਿ ਲੜਾਈ ਲੱਗੀ ਆ। ਹਾਂਜੀ, ਉਹ ਮਿਲਟਰੀ ਐਕਸ਼ਨ ਕਹਿੰਦੇ ਇਹਨੂੰ, ਹਾਂਜੀ, ਲੜਾਈ ਨਹੀਂ ਕਹਿੰਦੇ ਹਨ। ਸੋ ਇਹ ਟਰੰਪ ਦੇ ਐਡਵਾਈਜ਼ਰ ਦੀ ਗੱਲ ਠੀਕ ਹੀ ਹੈ। ਜੇ ਇਦਾਂ ਹੀ ਰਿਹਾ ਤੇ ਫਿਰ ਇਤਿਹਾਸ ਦੇ ਵਿੱਚ ਵੀ ਇਹੀ ਹੋਗਾ ਵੀ ਜ਼ੈਲੈਂਸਕੀ ਸਾਹਿਬ ਅਖੀਰਲੇ ਪ੍ਰੈਜ਼ੀਡੈਂਟ ਸੀ। ਹਾਂਜੀ, ਬਿਕਾਜ਼ ਉਹਨਾਂ ਨੇ ਕਿਹਾ, ਮੈਕਗ੍ਰੇਗਰ ਨੇ ਕਿਹਾ ਆ ਵੀ ਸੀਜ਼ ਫਾਇਰ ਦੀ ਜ਼ਰੂਰਤ ਹੈਗੀ ਆ, ਤੇ ਵਾਸ਼ਿੰਗਟਨ ਨੇ ਕਦੇ ਚਾਹੂਗਾ ਨਹੀਂ। ਇਹਨਾਂ ਨੂੰ ਤਾਂ ਪਤਾ ਤਾਂ ਇਹਨਾਂ ਨੂੰ ਵੀ, ਵੈਸੇ ਜਿਹੜੇ ਐਡਵਾਈਜ਼ਰ ਜੋ ਬਾਈਡਨ ਦੇ ਉਹ ਆਪਸ ਵਿੱਚ ਹੀ ਜਦੋਂ ਗੱਲਾਂ ਕਰਦੇ ਆ ਜਾਂ ਮੀਡੀਆ ਨਾਲ ਗੱਲਾਂ ਕਰਦੇ, ਕਈ ਵਾਰੀ ਕਹਿੰਦੇ ਕਿ ਨਹੀਂ ਵੀ ਉਹਨਾਂ ਨੂੰ ਆਫ ਦੀ ਰੈਕਡ, ਉਹ ਕਹਿੰਦੇ ਕਿ ਆਫ ਦੀ ਰੈਕਡ ਸਾਰੇ ਹੀ ਇਹ ਕਹਿੰਦੇ ਆ ਕਿ ਸਾਨੂੰ ਪਤਾ ਯੂਕਰੇਨ ਵਾਲਿਆਂ ਤੋਂ ਕੁਝ ਨਹੀਂ ਹੋਣਾ। ਇਹ ਸਾਨੂੰ ਸ਼ੱਕ ਜ਼ਰੂਰ ਰਿਹਾ ਵੀ ਯੂਕਰੇਨ ਵਾਲਿਆਂ ਨੇ ਕੱਲ ਨੂੰ ਮੈਪ ਤੇ ਨਹੀਂ ਹੋਣਾ। ਹਾਂਜੀ ਡਾਕਟਰ ਸਾਹਿਬ, ਅੱਜ ਹੈਗਾ ਫਰਾਈਡੇ ਦਾ ਦਿਨ, ਤੇ ਫਰਾਈਡੇ ਵਾਲੇ ਦਿਨ ਅਸੀਂ ਹਮੇਸ਼ਾ ਕਹਾਣੀ ਸੁਣਾਉਂਦੇ ਹੁੰਦੇ ਆ। ਅਸੀਂ ਦਾ ਮਤਲਬ ਅੱਜ ਤੁਸੀਂ। ਠੀਕ ਹੈ ਜੀ, ਹਾਂਜੀ, ਹਮੇਸ਼ਾ ਤੁਸੀਂ ਸੁਣਾਉਂਦੇ ਹੋ। ਚਲੋ ਠੀਕ ਹੈ, ਕਦੇ ਕਦੇ ਵਿੱਚ ਵਿੱਚ ਮੈਂ ਵੀ ਸੁਣਾ ਦਿੰਦੀ ਆ। ਚਲੋ ਫਿਰ ਅੱਜ ਦੀ ਕਹਾਣੀ ਮੈਂ ਸੁਣਾ ਦਿੰਦੀ ਆ। ਡਾਕਟਰ ਸਾਹਿਬ, ਇਹ ਕਹਾਣੀ ਹੈਗੀ ਆ ਇੱਕ ਪਿੰਡ ਦੀ ਜੀ। ਹੁਣ ਉਸ ਪਿੰਡ ਦੇ ਵਿੱਚ ਇੱਕ ਜੱਟ ਰਹਿੰਦਾ ਹੁੰਦਾ, ਆਬਵੀਅਸਲੀ ਆਪਣੀ ਫੈਮਿਲੀ ਦੇ ਨਾਲ ਰਹਿੰਦਾ, ਵਾਈਫ ਦੇ ਨਾਲ। ਜੱਟ ਦੇ ਗੁਆਂਢ ਦੇ ਵਿੱਚ ਹੀ ਨਾ, ਉਹਦੇ ਘਰ ਦੇ ਬਿਲਕੁਲ ਸਾਹਮਣੇ ਇੱਕ ਵੈਦ ਰਹਿੰਦਾ ਹੁੰਦਾ। ਬਹੁਤੀ ਦੂਰ ਨਹੀਂ ਜਾਣਾ ਪੈਂਦਾ ਜੇ ਬਿਮਾਰ ਹੋਏ। ਹਾਂਜੀ, ਤੇ ਜੱਟ ਜਦੋਂ ਖੇਤ ਨੂੰ ਜਾਂਦਾ, ਆਉਂਦਾ ਜਾਂਦਾ ਦੇਖਦਾ ਕਿ ਵੈਦ ਦੇ ਘਰ ਦੇ ਬਾਹਰ ਨਾ ਲਾਈਨ ਜੀ ਲੱਗੀ ਰਹਿੰਦੀ ਹੈ ਲੋਕਾਂ ਦੀ, ਲੋਕ ਆਉਂਦੇ ਜਾਂਦੇ ਰਹਿੰਦੇ ਆ। ਉਹ ਸੇਮ ਜਿਹੀਆਂ ਪੁੜੀਆਂ ਸਾਰਿਆਂ ਨੂੰ ਦਿੰਦਾ ਰਹਿੰਦਾ। ਜੱਟ ਸੋਚਦਾ ਵੀ ਕਿੰਨੇ ਪੈਸੇ ਬਣਾਉਂਦਾ, ਵੀ ਮੈਂ ਸਾਰਾ ਦਿਨ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦਾ, ਹਲ ਵਾਹੁਣਾ, ਪਸੀਨਾ ਵਹਾਉਣਾ, ਤਾਂ ਵੀ ਇੰਨੀ ਕਮਾਈ ਨਹੀਂ ਹੁੰਦੀ। ਵੈਸੇ ਜੱਟ ਦਾ ਇੱਕ ਪ੍ਰੋਫੈਸ਼ਨ ਹੈ ਜਿਹ 'ਚ ਕੋਈ ਛੁੱਟੀ ਨਹੀਂ ਹੁੰਦੀ। ਹਾਂਜੀ, ਜੇ ਖੱਤਿਆਂ 'ਚ ਨਾ ਕੰਮ ਹੋਵੇ ਤਾਂ ਡੰਗਰਾਂ ਨੂੰ ਪੱਠੇ ਜ਼ਰੂਰ ਪਾਉਣੇ ਪੈਂਦੇ। ਹਾਂਜੀ ਬਿਲਕੁਲ। ਤੇ ਉਹ ਸੋਚਦਾ ਵੀ ਇਹ ਵੈਦ ਦਾ ਕੰਮ ਜ਼ਿਆਦਾ ਵਧੀਆ, ਵੀ ਘਰ ਦਾ ਘਰ ਹੀ ਰਹਿਣਾ, ਇਹਨੇ ਕਿਤੇ ਬਾਹਰ ਨਹੀਂ ਜਾਣਾ। ਕਹਿੰਦਾ ਵੀ ਇੱਕ ਦਿਨ ਬੈਠ ਕੇ ਸਾਰੀਆਂ ਪੁੜੀਆਂ ਬਣਾ ਲੈਂਦਾ, ਰੰਗ ਬਰੰਗੇ ਜੇ ਕਾਗਜ਼ਾਂ ਦੇ ਵਿੱਚ ਉਹ ਉਹਨਾਂ ਨੂੰ ਰੱਖ ਦਿੰਦਾ, ਤੇ ਲੋਕੀ ਆਉਂਦੇ ਰਹਿੰਦੇ ਆ। ਤੇ ਫਿਰ ਉਹ ਜਦੋਂ ਘਰ ਜਾਂਦਾ ਆਪਣੀ ਵਾਈਫ ਨੂੰ ਕਹਿੰਦਾ, ਸਰਦਾਰਨੀਏ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਆ। ਉਹ ਕਹਿੰਦੀ ਹਾਂਜੀ ਦੱਸੋ ਜੀ। ਕਹਿੰਦਾ ਕਿ ਮੈਂ ਸੋਚਦਾ ਵੀ ਮੈਂ ਨਾ ਆਪਣਾ ਇੱਕ, ਜਿਵੇਂ ਵੈਦ ਨੇ ਆਪਣਾ ਚਲਾਇਆ ਹੋਇਆ ਕਲੀਨਿਕ, ਮੈਂ ਵੀ ਇੱਕ ਕਲੀਨਿਕ ਖੋਲਾਂ। ਸਲਾਹ ਦੇ ਰਿਹਾ। ਹਾਂਜੀ, ਉਹਦੀ ਜਿਹੜੀ ਵਾਈਫ ਹੁੰਦੀ ਹੈ ਜੱਟ ਦੀ, ਉਹਦੇ ਵੱਲ ਦੇਖਦੀ ਆ, ਹੱਸ ਦਿੰਦੀ ਆ, ਕਹਿੰਦੀ ਤੁਸੀਂ ਠੀਕ ਹੋ, ਵੈਦ ਕੋਲੇ ਦਵਾਈ ਤਾਂ ਨਹੀਂ ਲੈਣ ਜਾਣ ਦੀ ਲੋੜ ਹੈਗੀ। ਉਹ ਕਹਿੰਦਾ ਨਹੀਂ ਨਹੀਂ, ਮੈਂ ਤਾਂ ਸੀਰੀਅਸ ਬਹੁਤ ਆ। ਉਹ ਕਹਿੰਦੀ ਵੀ ਤੁਸੀਂ ਕਲੀਨਿਕ ਖੋਲਣ ਬਾਰੇ ਕਾਹਤੇ ਸੋਚਿਆ? ਵੀ ਹੋਰ ਵੀ ਬੜੇ ਕੰਮ ਹੈਗੇ ਆ, ਪਰ ਮੈਨੂੰ ਲੱਗਦਾ ਕਿ ਸਾਨੂੰ ਖੇਤੀਬਾੜੀ ਵਾਲਾ ਹੀ ਕੰਮ ਠੀਕ ਆ, ਸਾਨੂੰ ਨਾ ਹੋਰ ਕੋਈ ਜ਼ਿਆਦਾ ਸੋਚਣ ਦੀ ਲੋੜ ਨਹੀਂ ਹੈਗੀ। ਕਹਿੰਦੇ ਹੁੰਦੇ ਨਾ, ਉੱਤਮ ਖੇਤੀ ਮੱਧਮ ਵਾਰ ਨਖਦ ਚਾਕਰੀ। ਹਾਂਜੀ, ਤੇ ਜਿਹੜਾ ਜੱਟ ਹੁੰਦਾ ਨਾ, ਉਹਨੂੰ ਕਹਿੰਦਾ ਤੂੰ ਮੇਰੀ ਗੱਲ ਤਾਂ ਸੁਣ ਲਾ, ਤੂੰ ਤਾਂ ਪਹਿਲਾਂ ਹੀ, ਜੇ ਹੁਣ ਤੈਨੂੰ ਮੈਂ ਦੱਸਣ ਲੱਗਿਆ ਤੇ ਤੂੰ ਹੀ ਮੇਰਾ ਜਿਹੜਾ ਆਈਡੀਆ ਇਹ ਰਿਜੈਕਟ ਕਰੀ ਜਾਂਦੀ ਆ, ਤੂੰ ਮੈਨੂੰ ਡਿਸਕਰੇਜ ਕਰੇਂਗੀ ਤਾਂ ਫਿਰ ਕੀ ਹੋਊਗਾ, ਲੋਕ ਮੇਰੇ ਤੇ ਕਿਵੇਂ ਯਕੀਨ ਕਰਨਗੇ? ਉਹਨੂੰ ਕਹਿੰਦਾ ਪਹਿਲਾਂ ਤੂੰ ਇਹ ਦੱਸ ਵੀ ਤੈਨੂੰ ਮੇਰੇ ਤੇ ਯਕੀਨ ਹੈਗਾ? ਉਹ ਕਹਿੰਦੀ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਸੀਂ, ਤੁਹਾਡੇ ਤੇ ਤਾਂ ਮੈਨੂੰ ਪੂਰਾ ਪੂਰਾ ਵਿਸ਼ਵਾਸ ਆ, ਪਰ ਮੈਂ ਇਹ ਕਹਿੰਦੀ ਆ ਵੀ ਜਿਹੜਾ ਵੈਦ ਵਾਲਾ ਕੰਮ ਆ ਨਾ, ਇਹ ਸਾਨੂੰ ਵੈਸੇ ਨਹੀਂ ਕਰਨਾ ਚਾਹੀਦਾ ਹੈਗਾ, ਸਾਡਾ ਖੇਤੀਬਾੜੀ ਵਾਲਾ ਹੀ ਕੰਮ ਠੀਕ ਆ। ਉਹ ਕਹਿੰਦਾ ਨਹੀਂ ਨਹੀਂ, ਸਮਾਂ ਬਦਲਾ ਕਰਕੇ ਵੀ ਦੇਖਣਾ ਚਾਹੀਦਾ। ਉਹ ਕਹਿੰਦੀ ਵੈਦ ਖਾਨਦਾਨੀ ਹੋਣਾ, ਇਹ ਖਾਨਦਾਨੀ ਖੇਤੀਬਾੜੀ ਵਾਲੇ। ਹਾਂਜੀ, ਤੇ ਫਿਰ ਉਹ ਕਹਿੰਦੀ ਚਲੋ ਜੀ ਵੀ ਜੇ ਤੁਸੀਂ ਹੁਣ ਇੰਨਾ ਜ਼ਿਆਦਾ ਮਨ ਚ ਧਾਰ ਹੀ ਲਿਆ, ਤੁਸੀਂ ਇੰਨਾ ਜ਼ਿਆਦਾ ਕਹਿ ਰਹੇ ਹੋ ਤਾਂ ਠੀਕ ਆ, ਵੀ ਤੁਸੀਂ ਖੋਲ ਲੋ ਕਲੀਨਿਕ, ਹੈ ਨਾ, ਮੈਂ ਤੁਹਾਡੇ ਨਾਲ ਆ ਇਸ ਕੰਮ ਦੇ ਵਿੱਚ। ਤੇ ਫਿਰ ਉਹ ਕਹਿੰਦਾ ਠੀਕ ਆ। ਤੇ ਫਿਰ ਉਹ ਕਹਿੰਦੀ ਵੀ ਜੇ ਤੁਸੀਂ ਕਲੀਨਿਕ ਖੋਲ ਵੀ ਲਿਆ, ਤੁਹਾਡੇ ਕੋਲੇ ਆਊਗਾ ਕੌਣ? ਤੁਹਾਨੂੰ ਕੀ ਪਤਾ ਹੈ ਨਾ, ਹੁਣ ਵੈਦ ਦੇ ਕੋਲੇ ਲੋਕ ਜਾਂਦੇ ਆ, ਲੋਕਾਂ ਨੂੰ ਪਤਾ ਵੀ ਬਿਮਾਰੀਆਂ ਦਾ ਉਹ ਇਲਾਜ ਕਰਦਾ, ਅਸੀਂ ਤਾਂ ਖੇਤੀਬਾੜੀ ਦਾ ਕੰਮ ਕਰਦੇ ਆ। ਆਮ ਆਦਮੀ ਪਾਰਟੀ ਦੀ PR ਟੀਮ ਹਾਇਰ ਕਰਨੀ ਪੈਣੀ। ਹਾਂਜੀ ਡਾਕਟਰ ਸਾਹਿਬ, PR ਟੀਮ ਹਾਇਰ ਕਰਨੀ ਚਾਹੀਦੀ ਸੀ,
ਪਰ ਉਹ ਆਪਸ 'ਚ ਹੀ ਦੋਨੇ ਜਾਣੇ ਗੱਲਾਂ ਬਾਤਾਂ ਕਰਦੇ ਆ ਤੇ ਉਹ ਕਹਿੰਦੀ ਵੀ ਚਲੋ ਠੀਕ ਆ ਤਾਂ ਫਿਰ ਦੋਨੇ ਜਾਣੇ ਚਲੋ ਡਿਸਾਈਡ ਕਰ ਲੈਂਦੇ ਆ ਵੀ ਕਲੀਨਿਕ ਖੋਲ ਹੀ ਲੈਣਾ ਤੇ ਉਹ ਵੀ ਵੈਦ ਨੂੰ ਵੀ ਪਤਾ ਲੱਗੇ ਹੈ ਤੇ ਉਹ ਆਪਣੀ ਵਾਈਫ ਨੂੰ ਕਹਿੰਦਾ ਮੇਰੇ ਦਿਮਾਗ ਦੇ ਵਿੱਚ ਨਾ ਇੱਕ ਹੋਰ ਵੀ ਵੈਸੇ ਖਿਆਲ ਆ, ਇੱਕ ਆਈਡੀਆ। ਬੱਲੇ ਉਹਦੀ ਵਾਈਫ ਕਹਿੰਦੀ ਵੀ ਅੱਜ ਇਹਨੇ ਕੀ ਖਾ ਲਿਆ ਵੀ ਮੈਂ ਬਣਾਇਆ ਜੋ ਸੀ, ਮੈਂ ਤਾਂ ਜਿਹੜਾ ਹਰ ਰੋਜ਼ ਬਣਾਉਂਦੀ ਆ ਖਾਣਾ ਤਾਂ ਸੇਮ ਹੀ ਖਾਦਾ, ਵੀ ਅੱਜ ਇਹ ਗੱਲਾਂ ਕਿਹੋ ਜਿਹੀਆਂ ਕਰਦਾ, ਬਹਿਕੀਆਂ ਜਿਹੀਆਂ ਨੂੰ ਲੱਗੀਆਂ ਗੱਲਾਂ ਵੀ ਇਹ ਕਿਵੇਂ ਹੋ ਗਿਆ। ਉਹ ਕਹਿੰਦੀ ਵੀ ਹੋਰ ਤੁਹਾਡੇ ਦਿਮਾਗ ਦੇ ਵਿੱਚ ਕੀ ਖਿਆਲ ਆਇਆ। ਕਹਿੰਦਾ ਨਹੀਂ ਤੂੰ ਸਵਾਲ ਪੁੱਛਦੀ ਸੀ ਵੀ ਮੇਰੇ ਕਲੀਨਿਕ ਤੇ ਕੌਣ ਆਊਗਾ, ਵੀ ਇਹ ਤਾਂ ਫਿਰ ਮੇਰਾ ਟਾਈਮ ਵੇਸਟ ਹੋ ਜਾਊਗਾ, ਨਾ ਹੀ ਤਾਂ ਮੈਂ ਖੇਤੀ ਜੋਗਾ ਰਹਿਣਾ ਤੇ ਨਾ ਹੀ ਫਿਰ ਮੈਂ ਕਿਸੇ ਹੋਰ ਕੰਮ ਜੋਗਾ ਹੈ ਨਾ। ਉਹ ਕਹਿੰਦਾ ਕਿ ਮੈਂ ਨਾ ਇਹ ਚੀਜ਼ ਦੇਖੀ ਆ ਵੀ ਜਦੋਂ ਕੋਈ ਵੀ ਬਿਜ਼ਨਸ ਹੁੰਦਾ ਉਹਦੇ ਤੇ ਕੋਈ ਆਫਰਸ ਲਾ ਦਿੰਦੇ ਨੇ ਤਾਂ ਉੱਥੇ ਲੋਕ ਜਾਂਦੇ ਆ। ਜੇ ਤੁਸੀਂ ਘੱਟ ਕੀਮਤ ਵੈਸੇ ਵੀ ਕਿਸੇ ਚੀਜ਼ ਦੀ ਰੱਖ ਦਿੰਦੇ ਹੋ ਤਾਂ ਉੱਥੇ ਲੋਕੀ ਨਹੀਂ ਜਾਂਦੇ, ਪਰ ਜੇ ਤੁਸੀਂ ਇਹ ਕਹਿ ਦਿੰਦੇ ਹੋ ਵੀ ਇੱਕ ਨਾਲ ਇੱਕ ਫ੍ਰੀ ਆ ਜਾਂ ਫਿਰ 50% ਤੱਕ ਆਫ ਆ, ਉਹ ਕਹਿੰਦਾ ਕਿ ਫਿਰ ਮੈਂ ਵੀ ਇਹੀ ਸੋਚਦਾ ਵੀ ਆਪਾਂ ਉਹਨੇ ਦੁਕਾਨ ਤਾਂ ਨਾ ਕੀਤੀ ਹੋਵੇ ਪਰ ਖਰੀਦਦਾ ਤਾਂ ਰਿਹਾ ਨਾ, ਉਹਨੂੰ ਪਤਾ ਵੀ ਲੋਕੀ ਕਿੱਦਾਂ ਵੇਚਦੇ। ਹਾਂਜੀ, ਕਿਉਂਕਿ ਉਹਦਾ ਵਿਚਰਦਾ ਰਿਹਾ ਡਾਕਟਰ ਸਾਹਿਬ ਉਹ ਦੁਨੀਆਦਾਰੀ ਦੇ ਵਿੱਚ, ਤਾਂ ਉਹਦੇ ਦਿਮਾਗ ਦੇ ਲੁੱਟ ਹੁੰਦਾ ਰਿਹਾ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਹਾਂਜੀ, ਉਹਨੇ ਸਿੱਖ ਲਿਆ। ਉਹਦੀ ਵਾਈਫ ਬੈਠ ਗਈ ਸਿਰ ਤੇ ਹੱਥ ਰੱਖ ਕੇ, ਕਹਿੰਦੀ ਇੱਕ ਤਾਂ ਵੀ ਇਹ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦਾ ਸਵੇਰ ਦਾ, ਵੀ ਮੈਂ ਕਹਿ ਤਾਂ ਨਹੀਂ ਸਕਦੀ ਵੀ ਇਹਦਾ ਮੈਂ ਦਿਲ ਨਹੀਂ ਤੋੜਨਾ ਚਾਹੁੰਦੀ, ਬਿਕਾਜ਼ ਪਿਆਰ ਕਰਦੀ ਸੀ ਉਹਨੂੰ। ਫਿਰ ਉਹ ਕਹਿੰਦੀ ਵੀ ਚੱਲ ਮੈਨੂੰ ਇਹ ਤਾਂ ਕਹਿਤਾ ਵੀ ਤੇਰਾ ਕਲੀਨਿਕ ਖੁੱਲਣ ਵਾਲਾ ਆਈਡੀਆ ਠੀਕ ਆ, ਵੀ ਹੁਣੇ ਕਹਿੰਦਾ ਵੀ ਆਫਰ ਵੀ ਲਾਉਣੀ ਆ, ਚੀਜ਼ਾਂ ਤੇ ਤਾਂ ਚਲੋ ਸੁਣਿਆ ਵੀ ਛੋਟ ਹੈਗੀ ਆ, ਕਿਸੇ ਤੇ ਬੰਦਾ ਜਦੋਂ ਕੁਛ ਲੈਣ ਨੂੰ ਜਾਂਦਾ ਨਾਲ ਕੋਈ ਚੀਜ਼ ਫ੍ਰੀ 'ਚ ਮਿਲ ਜਾਂਦੀ ਆ, ਇਹ ਕਲੀਨਿਕ ਤੇ ਕੀ ਕਰੂਗਾ। ਜੱਟ ਆਪਣੀ ਵਾਈਫ ਦੇ ਵੱਲ ਦੇਖਦਾ, ਉਹਨੂੰ ਸਿੱਧੇ ਕੁਐਸਚਨ ਮਾਰਕ ਨਜ਼ਰ ਆਉਂਦੇ ਨੇ ਵੀ ਉਹਦੇ ਦਿਮਾਗ ਦੇ ਵਿੱਚ ਕਿੰਨੇ ਸਵਾਲ ਚੱਲ ਰਹੇ ਆ, ਬੋਲਦੀ ਨੇ ਵੱਲ ਦੇਖ ਕੇ ਹੱਸ ਪੈਂਦਾ। ਉਹ ਦੁਕਾਨ ਕਿੱਥੇ ਖੋਲਣੀ ਹੈ, ਲੋਕੇਸ਼ਨ। ਹਾਂਜੀ, ਉਹਦੇ ਵੱਲ ਦੇਖ ਕੇ ਹੱਸ ਪੈਂਦਾ, ਹੱਸ ਕੇ ਉਹਨੂੰ ਕਹਿੰਦਾ ਕਿ ਦੇਖ ਮੈਂ ਸਾਰਾ ਕੁਝ ਕੀਤਾ ਹੋਇਆ ਪਲਾਨ, ਤੈਨੂੰ ਮੈਂ ਆਫਰਸ ਦੇ ਬਾਰੇ ਵੀ ਡਿਟੇਲ ਦੇ ਵਿੱਚ ਦੱਸੂਗਾ। ਸਭ ਤੋਂ ਪਹਿਲਾਂ ਆਪਾਂ ਨਾ ਵੈਦ ਦੇ ਸਾਹਮਣੇ ਬਿਲਕੁਲ ਖੋਲਣੀ ਆ ਆਪਣੀ ਜਿਹੜੀ ਇਹ ਦੁਕਾਨ ਹੋਊਗੀ ਨਾ ਜਮੇ, ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਸਾਡੇ ਕੋਲੇ ਵੀ ਇਹ ਜਿਹੜਾ ਹੈਗਾ ਗੁਣ, ਅਸੀਂ ਕੁਝ ਵੀ ਕਰ ਸਕਦੇ ਆ। ਤੇ ਉਹ ਕਹਿੰਦੀ ਵੀ ਜੇ ਤੁਸੀਂ ਵੈਦ ਦੇ ਸਾਹਮਣੇ ਖੋਲੋਗੇ ਵੀ ਆਪਣਾ ਤਾਂ ਵੈਰ ਪੈ ਜਾਊਗਾ ਗੁਆਂਢ ਦੇ ਵਿੱਚ ਹੀ, ਚਾਹੇ ਆਪਾਂ ਉਹਦੇ ਦਿਲ ਦੇ ਵਿੱਚ ਤਾਂ ਉਹਦੇ ਇਹ ਸੀ ਵੀ ਖੋਲਣ ਦਾ ਕੋਈ ਫਾਇਦਾ ਨਹੀਂ ਉਹਦੀ ਵਾਈਫ ਦੇ, ਪਰ ਉਹ ਸਪੋਰਟ ਕਰਦੀ ਸੀ ਜਿਵੇਂ ਬਾਕੀ ਸਾਰੀਆਂ ਹਿੰਦੁਸਤਾਨੀ ਵਾਈਫ ਯੂਜੂਅਲੀ ਦਿੰਦੀਆਂ ਹੁੰਦੀਆਂ ਨੇ ਸਾਥ ਆਪਣੇ ਪਤੀ ਪਰਮੇਸ਼ਵਰ ਦਾ। ਉਹਨੇ ਸੋਚਿਆ ਕਿ ਮੈਂ ਸਾਥ ਤਾਂ ਹੁਣ ਮੈਨੂੰ ਦੇਣਾ ਹੀ ਪੈਣਾ, ਪਰ ਉਹ ਕਹਿੰਦੀ ਵੀ ਹੁਣ ਜੇ ਗੁਆਂਢ 'ਚ ਰਹਿਣਾ ਕਾਹਦੇ ਲਈ ਆਪਾਂ ਵੈਰ ਮੁੱਲ ਲੈਣਾ। ਤੇ ਉਹ ਕਹਿੰਦੀ ਵੀ ਰਹਿਣ ਦੇ ਉੱਪਰ ਆਪਾਂ ਸਾਹਮਣੇ ਕਾਤੇ ਖੋਲਣੀ ਆ, ਦੂਜੇ ਪਾਸੇ ਨੂੰ ਜਿਹੜਾ ਆਪਣਾ ਪਿਛਲਾ ਦਰਵਾਜ਼ਾ ਉਧਰ ਜਿਹੜਾ ਕਮਰਾ ਆਪਾਂ ਉੱਥੇ ਖੋਲ ਲੈਂਦੇ ਆ। ਉਹ ਕਹਿੰਦਾ ਨਹੀਂ ਬਿਲਕੁਲ ਸਾਹਮਣੇ ਖੋਲਣਾ, ਮਤਲਬ ਉਹਨੇ ਗੱਲ ਨਹੀਂ ਸੁਣੀ। ਲੋਕੀ ਤਾਂ ਹੀ ਆਉਣਗੇ ਜੇ ਸਾਹਮਣੇ ਹੋਊਗੀ। ਹਾਂਜੀ, ਉਹ ਕਹਿੰਦਾ ਕਿ ਸਾਹਮਣੇ ਖੋਲਾਂਗੇ ਤੇ ਆਫਰਸ ਜ਼ਰੂਰ ਲਾਉਣੀਆਂ ਨੇ, ਕਿਉਂਕਿ ਉਹਨਾਂ ਨੇ ਤਾਂ ਆਫਰਸ ਲਾਈਆਂ ਨਹੀਂ ਹੋਈਆਂ। ਤੇ ਦੋਨੋਂ ਜਾਣੇ ਸਲਾਹਾਂ ਕਰਦੇ, ਚਲੋ ਉਹਦਾ ਸਾਥ ਦਿੰਦੀ ਆ। ਬਿਲਕੁਲ ਵੈਦ ਦੇ ਸਾਹਮਣੇ, ਜਿੱਥੇ ਵੈਦ ਦਾ ਕਲੀਨਿਕ ਹੁੰਦਾ, ਦਰਵਾਜ਼ਾ ਹੁੰਦਾ, ਉਹਦੇ ਸਾਹਮਣੇ, ਕਿਉਂਕਿ ਇਹਨਾਂ ਦੇ ਘਰ ਤਾਂ ਆਮੋ ਸਾਹਮਣੇ ਹੁੰਦੇ ਆ, ਇਹ ਆਪਦਾ ਕਲੀਨਿਕ ਖੋਲ ਲੈਂਦੇ ਆ। ਵੈਦ ਵੀ ਆਪਣੀਆਂ ਐਨਕਾਂ ਦੇ ਵਿੱਚੋਂ ਐਨਕ ਕਦੇ ਥੱਲੇ ਕਦੇ ਉੱਪਰ ਕਰਕੇ ਦੇਖਦਾ ਵੀ ਇਹਨਾਂ ਨੂੰ ਕੀ ਹੋਇਆ, ਉਹ ਸੋਚਦਾ ਤੇ ਉਹ ਮਨੋ ਮਨ ਹੱਸਦਾ। ਸੋਚਦਾ ਨਾ ਅੱਗੇ ਤਾਂ ਮੂਲੀਆਂ ਦੇ ਕੇ ਜਾਂਦੇ ਸੀ ਮੈਨੂੰ, ਹੁਣ ਲੋਕਾਂ ਨੂੰ ਦਵਾਈਆਂ ਦੇਣ ਲੱਗ ਪਏ। ਹਾਂਜੀ, ਜੱਟ ਨੇ ਜੀ ਦੇਖੋ ਗੱਲ ਮੁਕਾਓ, ਕਲੀਨਿਕ ਖੋਲ ਲਿਆ ਤੇ ਉਹਨੇ ਆਫਰ ਲਾਤੀ, ਤੇ ਜਿਹੜਾ ਹੁਣ ਵੈਦ ਸੀ ਉਹਦਾ ਸਾਰਾ ਸੇਲ ਲਾਤੀ। ਹਾਂਜੀ ਸੇਲ ਲਾਤੀ। ਜੱਟ ਨੇ ਲਿਖ ਕੇ ਲਾਤਾ ਵੱਡੇ ਸਾਰੇ ਬੋਰਡ ਦੇ ਉੱਪਰ ਕਿ ਇਲਾਜ ਹੋਣ ਤੇ 300 ਰੁਪਏ ਉਹ ਲਊਗਾ ਲੋਕਾਂ ਤੋਂ, ਜੇ ਉਹਨੇ ਕਿਸੇ ਨੂੰ ਠੀਕ ਕਰਤਾ ਚਾਰਜ ਕਰੂਗਾ 300 ਰੁਪਏ ਗਾਰੰਟੀ। ਤੇ ਨਾਲ ਹੀ ਗਾਰੰਟੀ ਉਹਨੇ ਇਹ ਕਰਤੀ, ਕਹਿੰਦਾ ਕਿ ਜੇ ਇਲਾਜ ਨਾ ਹੋਇਆ ਤਾਂ 1000 ਰੁਪਇਆ ਆਪਣੇ ਕੋਲੋਂ ਦਊਗਾ। ਬੱਲੇ, ਲਊਗਾ 300 ਪਰ ਦਊਗਾ 1000। ਉਹ ਕਹਿੰਦਾ ਕਿ ਤੁਸੀਂ ਮੇਰੇ ਕੋਲੇ ਆਓ, ਤੁਸੀਂ ਮੈਨੂੰ ਮੇਰੇ ਤੋਂ ਆਪਣਾ ਇਲਾਜ ਕਰਾਵੋ, ਆਪਣੀ ਬਿਮਾਰੀ ਦੱਸੋ, ਸ਼ਰਤੀਆ ਇਲਾਜ ਆ ਜਿਵੇਂ ਕਹਿੰਦੇ ਹੁੰਦੇ ਆ 100%, ਪਰ ਜੇ ਤੁਹਾਡਾ ਇਲਾਜ ਨਹੀਂ ਹੁੰਦਾ ਤੁਸੀਂ ਸਿਰਫ ਆ ਕੇ ਮੈਨੂੰ ਦੱਸਣਾ ਹੀ ਆ ਵੀ ਇਲਾਜ ਨਹੀਂ ਹੋਇਆ ਹੈਗਾ, ਤਾਂ ਮੈਂ 1000 ਰੁਪਇਆ ਤੁਹਾਨੂੰ ਆਪਣੇ ਕੋਲੋਂ ਦੇ ਦੇਣਾ।
ਡਾਕਟਰ ਸਾਹਿਬ ਵੈਸੇ ਦੇਖਿਆ ਮਨੀ ਜਾਵੇ ਬੈਕ ਗਾਰੰਟੀ। ਹਾਂਜੀ, ਕਿੰਨੀ ਟੈਂਪਟਿੰਗ ਜੀ ਆਫਰ ਲੱਗਦੀ ਆ। ਹੁਣ ਵੈਦ ਨੇ ਸਭ ਤੋਂ ਪਹਿਲਾਂ ਇਹ ਬੋਰਡ ਪੜਿਆ, ਕਿਉਂਕਿ ਜਦੋਂ ਉਹਨਾਂ ਦੇ ਘਰ ਦੇ ਸਾਹਮਣੇ ਤੇ ਫਿਰ ਘਰ ਸੀਗਾ, ਤੇ ਜਦੋਂ ਵੈਦ ਨੇ ਦੇਖਿਆ ਵੀ ਤੇ ਲਿਖਿਆ ਕੀ ਹੋਇਆ, ਪਹਿਲਾਂ ਉਹਨੇ ਪੜਿਆ, ਉਹਨੇ ਸੋਚਿਆ ਸ਼ਦਾਈ ਹੋ ਗਿਆ ਜੱਟ ਤਾਂ, ਵੀ ਆਹ ਨੇ ਕੀ ਲਿਖਤਾ। ਫਿਰ ਉਹਨੇ ਦੂਜੀ ਵਾਰੀ ਪੜਿਆ, ਫਿਰ ਉਹ ਮਨੋ ਮਨ ਬੜਾ ਹੀ ਖੁਸ਼ ਹੋਇਆ, ਬੜਾ ਹੀ ਹੱਸਿਆ। ਉਹਨੇ ਵੀ ਆਪਣੀ ਵਾਈਫ ਨੂੰ ਬੁਲਾ ਲਿਆ, ਉਹਨੂੰ ਕਹਿੰਦਾ ਦੇਖ ਸਾਹਮਣੇ ਘਰ 'ਚ ਜਿਹੜਾ ਜੱਟ ਰਹਿੰਦਾ ਨਾ, ਇਹਨੇ ਨਾ ਬੋਰਡ ਲਾਇਆ ਹੋਇਆ, ਮੈਨੂੰ ਤਾਂ ਲੱਗਦਾ ਕਿ ਸ਼ਦਾਈ ਹੋ ਗਿਆ, ਉਹਦੀ ਵਾਈਫ ਵੀ ਉਹਦੇ ਨਾਲ ਆ, ਨਹੀਂ ਤਾਂ ਵੀ ਵਾਈਫ ਹੀ ਸਲਾਹ ਦੇ ਦਿੰਦੀ ਹੁੰਦੀ ਆ ਵੀ ਇਹ ਸਹੀ ਨਹੀਂ ਹੈਗਾ। ਉਹ ਕਹਿੰਦੀ ਕਿ ਛੱਡੋ ਜੀ ਆਪਾਂ ਕੀ ਲੈਣਾ ਹੈ ਨਾ। ਕਹਿੰਦਾ ਨਾ ਨਾ ਤੈਨੂੰ ਨਹੀਂ ਪਤਾ ਹੈਗਾ, ਹੁਣ ਜੱਟ ਦੇ ਕੋਲੇ ਇਲਾਜ ਕਰਾਉਣ ਨੂੰ ਮੈਂ ਜਾਊਂਗਾ। ਹੁਣ ਵੈਦ ਦੀ ਵਾਈਫ ਬੜੀ ਹੈਰਾਨ ਹੁੰਦੀ ਆ ਵੀ ਇਹ ਹੋ ਕੀ ਰਿਹਾ, ਵੀ ਇਹ ਅਸੀਂ ਤਾਂ ਆਪ ਵੈਦ ਆ। ਉਹ ਕਹਿੰਦੀ ਨਾ ਨਾ ਆਪਣੀ ਨਾ ਜਿਹੜੀ ਰੈਪੂਟੇਸ਼ਨ ਆ ਨਾ ਉਹਦਾ ਸਵਾਲ ਆ। ਹੁਣ ਜੇ ਤੁਸੀਂ ਜੱਟ ਕੋਲੇ ਉਹਦੇ ਕਲੀਨਿਕ ਤੇ ਜਾਓਗੇ ਤਾਂ ਲੋਕ ਕੀ ਸੋਚਣਗੇ ਸਾਡੇ ਬਾਰੇ ਕਿ ਵੈਦ ਤਾਂ ਖੁਦ ਮਰੀਜ਼ ਬਣਿਆ ਹੈ। ਹਾਂਜੀ, ਵੀ ਵੈਦ ਮਰੀਜ਼ ਬਣਿਆ ਤੇ ਜੱਟ ਦੇ ਕੋਲੇ ਜਾ ਰਿਹਾ ਇਲਾਜ ਦੇ ਲਈ। ਉਹ ਕਹਿੰਦਾ ਕਿ ਉਹਦੀ ਫਿਕਰ ਤੂੰ ਨਾ ਕਰ, ਜੋ ਮੈਂ ਹੁਣ ਅੱਗੇ ਜਾ ਕੇ ਕਰਨੇ ਜਾ ਰਿਹਾ ਨਾ, ਤੂੰ ਕਹਾਂ ਦੇਖੀ ਵੀ ਹੁੰਦਾ ਕੀ ਆ। ਉਹ ਕਹਿੰਦੇ ਚਲੋ ਜੀ ਦੇਖੋ ਤੁਸੀਂ ਮੇਰੀ ਗੱਲ ਤਾਂ ਨਹੀਂ ਸੁਣਨੀ ਹੈਗੀ, ਠੀਕ ਆ ਜਾਇਆ ਉਹ ਤੁਸੀਂ ਹੈ ਨਾ। ਤੇ ਫਿਰ ਉਹ ਕਹਿੰਦਾ ਵੀ ਅੱਜ ਨਾ ਇੱਕ ਗੱਲ ਹੋਰ ਯਾਦ ਰੱਖੀ, ਮੈਂ ਅੱਜ ਪੈਸੇ ਕਮਾ ਕੇ ਘਰ ਲੈ ਕੇ ਆਉਣੇ ਨੇ, ਜਿਹੜੀ ਉਹਨਾਂ ਦੀ ਆਫਰ ਲੱਗੀ ਹੋਈ ਹੈ ਨਾ, ਬਈ ਉਹਨਾਂ ਨੇ ਕਿਹਾ ਵੀ ਜੇ ਇਲਾਜ ਨਹੀਂ ਹੁੰਦਾ, ਉਹਨਾਂ ਦੀ ਜਿਹੜੀ ਦਵਾਈਆਂ ਨੇ ਜੇ ਕੰਮ ਨਹੀਂ ਕਰਦੀਆਂ ਤਾਂ 1000 ਰੁਪਈਆ ਵੈਸੇ ਹੀ ਮਿਲ ਜਾਣਾ, ਇੱਥੇ ਮੈਨੂੰ ਮਰੀਜ਼ ਦੇਖ ਕੇ ਮਿਲਣਾ, ਉੱਥੇ ਮੈਨੂੰ ਵੈਸੇ ਹੀ ਮਿਲ ਜਾਣਾ। ਤੇ ਫਿਰ ਉਹ ਕਹਿੰਦਾ ਕਿ ਇਦਾਂ ਕਰਦੇ ਆ ਵੀ ਅੱਜ ਨਾ ਆਪਾਂ ਜਾਂਦੇ ਆ ਤੇ ਜਾ ਕੇ ਉੱਥੋਂ ਜੱਟ ਕੋਲੋਂ ਪੈਸੇ ਕਮਾ ਕੇ ਲੈ ਕੇ ਆਉਨੇ ਆ। ਤੇ ਫਿਰ ਉਹ ਚਲੇ ਜਾਂਦਾ ਜੱਟ ਦੇ ਕਲੀਨਿਕ 'ਚ। ਜੱਟ ਦੇ ਚਿਹਰੇ ਤੇ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਰੌਣਕ ਆ ਜਾਂਦੀ ਹੈ ਕਿ ਉਹ ਸੋਚਦਾ ਕਿ ਮੇਰੇ ਕੋਲੇ ਤਾਂ ਵੈਦ ਆ ਗਿਆ। ਪਹਿਲਾਂ ਹੀ ਉਹਨਾਂ ਦੀ ਵੈਸੇ ਇੱਕ ਦੂਜੇ ਨਾਲ ਟਸਲ ਜੀ ਹੁੰਦੀ ਆ, ਜਿਵੇਂ ਗੁਆਂਢੀਆਂ ਦੀ ਬਣਦੀ ਨਹੀਂ ਨਾ ਹੁੰਦੀ ਇੱਕ ਦੂਜੇ ਦੇ ਨਾਲ, ਇਦਾਂ ਹੀ ਚੱਲਦੀ। ਤਾਂ ਹੀ ਤਾਂ ਉਹਨੇ ਕਲੀਨਿਕ ਖੋਲਿਆ ਸੀ। ਜਾ ਕੇ ਨਾ ਵੈਦ ਉਹਨੂੰ ਕਹਿੰਦਾ, ਜੱਟ ਨੂੰ ਕਹਿੰਦਾ ਕਿ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਉਣ ਆਇਆ। ਜੱਟ ਕਹਿੰਦਾ ਲੈ ਗੱਲ ਹੀ ਕੋਈ ਨਹੀਂ ਵੈਦ ਜੀ, ਤੁਸੀਂ ਆਓ ਬੈਠੋ, ਮੈਂ ਤੁਹਾਡਾ ਇਲਾਜ ਕਰੂੰਗਾ, ਉਹ ਵੀ ਸ਼ਰਤੀਆ ਇਲਾਜ ਆ। ਤੇ ਜੇ ਇਲਾਜ ਤੁਹਾਡਾ ਪਰ ਤੁਹਾਨੂੰ ਫੀਸ ਦੇਣੀ ਪੈਣੀ ਹੈ 300 ਰੁਪਏ, ਪਰ ਜੇ ਇਲਾਜ ਨਾ ਹੋਇਆ ਨਾ, ਤੁਹਾਨੂੰ ਲੱਗਿਆ ਸਹੀ ਨਹੀਂ ਮੈਂ ਕੀਤਾ, ਤਾਂ ਮੈਂ ਤੁਹਾਨੂੰ 1000 ਰੁਪਈਆ ਕੋਲੋਂ ਦਊਂਗਾ। ਵੈਦ ਦੇ ਮੂੰਹ ਦੇ ਉੱਪਰ ਇੰਨੀ ਜ਼ਿਆਦਾ ਰੌਣਕ ਆ ਗਈ ਨਾ, ਡਾਕਟਰ ਸਾਹਿਬ ਵੈਦ ਬੜਾ ਹੀ ਖੁਸ਼ ਹੋਇਆ। ਉਹ ਕਹਿੰਦਾ ਕਿ ਇਹ ਤਾਂ ਹੁਣ ਆਪੇ ਨੇ ਮੈਨੂੰ ਦੁਬਾਰਾ ਰਿਪੀਟ ਵੀ ਕਰਤਾ, ਹੁਣ ਤਾਂ ਪੂਰੀ ਗਾਰੰਟੀ ਹੋ ਗਈ ਹੈ ਨਾ। ਤੇ ਉਹ ਕਹਿੰਦਾ ਹਾਂ ਤੈਨੂੰ ਪ੍ਰੋਬਲਮ ਕੀ ਆ? ਜੱਟ ਉਹਨੂੰ ਕਹਿੰਦਾ ਵੈਦ ਨੂੰ। ਵੈਦ ਕਹਿੰਦਾ ਮੇਰੀ ਜੀਭ ਤੇ ਨਾ ਕਿਸੇ ਵੀ ਚੀਜ਼ ਦਾ ਸਵਾਦ ਨਹੀਂ ਆਉਂਦਾ। ਜੱਟ ਕਹਿੰਦਾ ਇੰਨੀ ਜੀ ਗੱਲ ਆ, ਲੈ ਚੁਟਕੀਆਂ 'ਚ ਇਲਾਜ। ਜੱਟ ਨੇ ਨਾ ਆਪਣੀ ਵਾਈਫ ਨੂੰ ਹੀ ਨਰਸ ਬਣਾਇਆ ਹੁੰਦਾ, ਉਹਨੂੰ ਕਹਿੰਦਾ ਬੁਲਾਉਂਦਾ ਉਹ ਆਪਣੀ ਵਾਈਫ ਨੂੰ, ਉਹ ਕਹਿੰਦਾ ਕਿ ਐਂ ਕਰੋ 22 ਨੰਬਰ ਬਾਕਸ ਵਿੱਚੋਂ ਸ਼ੀਸ਼ੀ ਕੱਢ ਕੇ ਇਹਨਾਂ ਦੇ ਮੂੰਹ ਵਿੱਚ 3 ਬੂੰਦਾਂ ਪਾ ਦਿਓ। ਵਾਹ, ਉਹਨਾਂ ਦੀ ਲੈਂਗੁਏਜ ਵੀ ਸਿੱਖ ਗਿਆ। ਉਹਨਾਂ ਦੀ ਲੈਂਗੁਏਜ ਸਿੱਖ ਗਏ ਤੇ ਪੂਰਾ ਪ੍ਰੋਫੈਸ਼ਨਲੀ ਉਹਨਾਂ ਨੇ ਕੀਤਾ। ਮਤਲਬ ਵੈਦ ਤਾਂ ਹੁਣ ਆਪੇ ਦੇਖਦਾ ਸੀ ਹੈ ਨਾ ਪੇਸ਼ੈਂਟਸ ਨੂੰ, ਉਹਦੀ ਵਾਈਫ ਨਹੀਂ ਸੀ ਹੈਲਪ ਕਰਦੀ, ਪਰ ਉਹ ਪੂਰਾ ਬੈਠਾ ਜਿੱਦਾਂ ਵੀ ਮੈਂ ਡਾਕਟਰ ਆ, ਇਹ ਪੂਰੀ ਕਲੀਨਿਕ ਆ, ਪੂਰੀ ਕਲੀਨਿਕ ਆ। ਤੇ ਵੈਦ ਕਹਿੰਦਾ ਉਹਦੀ ਵਾਈਫ ਜਿਹੜੀ ਹੈਗੀ ਆ, ਫਿਰ ਉਹ 3 ਬੂੰਦਾਂ ਲੈ ਕੇ ਆਉਂਦੀ ਆ ਤੇ ਉਹਦੇ ਮੂੰਹ ਦੇ ਵਿੱਚ ਪਾ ਦਿੰਦੀ ਆ। ਤੇ ਉਹ ਇੱਕ ਦੂਜੇ ਵੱਲ ਦੇਖਦੇ ਆ, ਕਿਉਂਕਿ ਉਹਨੂੰ ਤਾਂ ਪੂਰਾ ਯਕੀਨ ਹੁੰਦਾ ਹੀ ਆ ਵੀ ਜਿਹੜੀਆਂ 3 ਬੂੰਦਾਂ ਹੈਗੀਆਂ ਨੇ ਵੀ ਹੁਣ ਪੈ ਗਈਆਂ ਮੂੰਹ ਦੇ ਵਿੱਚ, ਤਾਂ ਵੀ ਹੁਣ ਇਹਦਾ ਇਲਾਜ ਹੋ ਗਿਆ। ਤਾਂ ਉਹ ਕਹਿੰਦਾ ਜਿਹੜਾ ਹੁੰਦਾ ਆਪਣਾ ਵੈਦ, ਉਹ ਕਹਿੰਦਾ ਕਿ ਤੁਸੀਂ ਮੇਰੇ ਮੂੰਹ ਦੇ ਵਿੱਚ ਹੁਣੇ 3 ਬੂੰਦਾਂ ਕੋਈ ਪਾਈਆਂ ਨੇ? ਉਹ ਕਹਿੰਦੇ ਹਾਂਜੀ ਵੀ 3 ਬੂੰਦਾਂ ਪਾਈਆਂ ਨੇ, ਵੀ ਇਹਦੇ ਨਾਲ ਜਿਹੜਾ ਤੁਹਾਡੀ ਜਿਹੜੀ ਜੀਭ ਦਾ ਸਵਾਦ ਆ ਵੀ ਉਹ ਆ ਜਾਣਾ ਹਨਾ। ਉਹ ਕਹਿੰਦਾ ਕਿ ਮੈਨੂੰ ਤਾਂ ਵੀ ਜੀਭ ਦੇ ਉੱਪਰ ਕੋਈ ਸਵਾਦ ਆਇਆ ਹੀ ਨਹੀਂ। ਜੱਟ ਕਹਿੰਦਾ ਲੈ ਬਈ ਤੁਸੀਂ 5 ਮਿੰਟ ਤਾਂ ਵੇਟ ਕਰੋ, ਬਈ ਤੁਸੀਂ ਠੀਕ ਹੋ ਜਾਣਾ। ਇਹ ਕਹਿੰਦੇ ਆ ਵੀ ਕੋਵਿਡ ਹੋ ਜਵੇ ਤਾਂ ਫਿਰ ਜੀਭ ਦਾ ਸਵਾਦ ਜਾਂਦਾ ਲੱਗਦਾ। ਹਾਂਜੀ, ਇੱਥੇ ਵੀ ਇਦਾਂ ਹੀ ਹੋਇਆ। ਵੈਦ ਨੂੰ ਤਾਂ ਕੋਵਿਡ ਵੀ ਨਹੀਂ ਹੋਇਆ। ਹਾਂਜੀ, ਤੇ ਉਹ ਕਹਿੰਦਾ ਕਿ ਏਦਾਂ ਕਰੋ, ਆਪਣੀ ਵਾਈਫ ਨੂੰ ਦੁਬਾਰਾ ਬੁਲਾਉਂਦਾ, ਸੇਮ ਹੀ ਉਹ ਸੈਂਟੈਂਸ ਰਿਪੀਟ ਕਰ ਦਿੰਦਾ ਤੇ ਉਹਦੇ ਮੂੰਹ ਦੇ ਵਿੱਚ 3 ਬੂੰਦਾਂ ਪਾਉਂਦੇ ਨੇ। ਤੇ ਵੈਦ ਕਹਿੰਦਾ ਤੁਸੀਂ ਮੈਨੂੰ ਕਮਲਾ ਸਮਝਦੇ ਹੋ, ਇਹ ਤਾਂ ਤੇਲ ਆ। ਉਹ ਕਹਿੰਦਾ ਵੀ ਤੈਨੂੰ ਤਾਂ ਜੀਭ ਦਾ ਸਵਾਦ ਹੀ ਨਹੀਂ ਸੀ ਆਉਂਦਾ, ਤੂੰ ਆ ਕੇ ਦੱਸੀ ਸੀ ਇਹ ਗੱਲ। ਵਾਹ, ਕੀ ਸਕੀਮ ਲੱਭੀ ਉਹਨੇ। ਹਾਂਜੀ,
ਉਹ ਕਹਿੰਦੇ ਕਿ ਤੂੰ ਤਾਂ ਆ ਕੇ ਦੱਸੀ ਸੀ ਵੀ ਤੈਨੂੰ ਤਾਂ ਜੀਭ ਦਾ ਸਵਾਦ ਹੀ ਨਹੀਂ ਆਉਂਦਾ ਹੈਗਾ, ਤੇ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਤੇਲ ਆ। ਵੈਦ ਕਹਿੰਦਾ ਵੀ ਇਹ ਤਾਂ ਬੜਾ ਹੀ ਸ਼ੈਤਾਨ ਆ, ਵੀ ਮੇਰੇ ਨਾਲ ਤਾਂ ਬੜੀ ਮਾੜੀ ਕਰ ਗਿਆ ਹਨਾ। ਤੇ ਉਹ ਕਹਿੰਦਾ ਵੀ ਚਲੋ ਕੋਈ ਨਹੀਂ, ਹੁਣ ਪੈਸੇ ਤਾਂ ਫਿਰ ਉਹਨੂੰ ਦੇਣੇ ਪੈਣੇ ਸੀ ਹਨਾ। ਤੇ ਉਹਨੇ ਫਿਰ ਉਹਨੂੰ 300 ਜਿਹੜੇ ਰੁਪਏ ਸੀਗੇ ਉਹਨੂੰ ਦੇ ਦਿੱਤੇ, ਪਰ ਉਹਨੂੰ ਗੁੱਸਾ ਬਹੁਤ ਚੜਿਆ ਤੇ ਉਹਨੇ ਸੋਚਿਆ ਕਿ ਕੋਈ ਗੱਲ ਨਹੀਂ, ਵੀ ਮੈਂ ਥੋੜੇ ਦਿਨਾਂ ਬਾਅਦ ਤੋਂ ਫੇਰ ਆ ਜਾਊਂਗਾ ਤੇ ਮੈਂ ਇਹ ਵਸੂਲੀ ਤਾਂ ਜਿਹੜੀ ਹੈਗੀ ਆ ਮੈਂ ਦੁੱਗਣੀ ਇਹ ਕਰਨੀ ਆ। ਤੇ ਫਿਰ ਉਹ ਆਪਣੇ ਘਰ ਨੂੰ ਚਲੇ ਜਾਂਦਾ ਤੇ ਘਰ ਜਾ ਕੇ ਉਹਦੀ ਜਿਹੜੀ ਵਾਈਫ ਹੁੰਦੀ ਆ ਉਹਨੂੰ ਪੁੱਛਦੀ ਆ ਵੀ ਤੁਹਾਨੂੰ ਕੀ ਹੋ ਗਿਆ ਇੰਨਾ ਤੁਸੀਂ ਗੁੱਸੇ ਚ ਆ ਕੇ। ਕਹਿੰਦਾ ਨਹੀਂ, ਉਹ ਅੱਜ ਨਾ ਕੰਮ ਨਹੀਂ ਬਣਿਆ, ਪਰ ਕੋਈ ਗੱਲ ਨਹੀਂ, ਪੈਸੇ ਗਵਾ ਕੇ ਆ ਗਿਆ। ਹਾਂਜੀ, ਪਰ ਗੁੱਸੇ ਵਿੱਚ ਸੀ। ਫਿਰ ਨਾ ਥੋੜੇ ਜਿਹੇ ਦਿਨ ਉਹ ਵੇਟ ਕਰਦਾ, ਹਫ਼ਤਾ ਤੱਕ, ਤੇ ਫਿਰ ਉਹ ਜਾ ਕੇ ਉਹਨੂੰ ਕਹਿੰਦਾ ਕਿ ਮੇਰੀ ਨਾ ਯਾਦਾਸ਼ਤ ਕਮਜ਼ੋਰ ਹੋ ਗਈ ਆ। ਬੱਲੇ। ਜੱਟ ਨੂੰ ਕਹਿੰਦਾ। ਜੱਟ ਕਹਿੰਦਾ ਕੋਈ ਗੱਲ ਨਹੀਂ। ਉਹ ਫਿਰ ਆਪਣੀ ਨਰਸ ਨੂੰ ਬੁਲਾਉਂਦਾ, ਕਹਿੰਦਾ ਕਿ ਵੀ ਇਦਾਂ ਕਰੋ, ਤੁਸੀਂ ਇਹਨਾਂ ਦੀ ਜਿਹੜੀ ਹੈਗੀ ਆ ਵੀ ਯਾਦਾਸ਼ਤ ਚਲੀ ਗਈ ਹੈਗੀ ਆ, ਤੇ ਤੁਸੀਂ ਇਦਾਂ ਕਰੋ ਕਿ 22 ਨੰਬਰ ਦੇ ਬਾਕਸ ਦੇ ਵਿੱਚੋਂ ਸ਼ੀਸ਼ੀ ਕੱਢ ਕੇ ਲੈ ਕੇ ਆਵੋ ਤੇ ਜਿਹੜੀਆਂ 3 ਬੂੰਦਾਂ ਹੈਗੀਆਂ ਨੇ ਇਹਨਾਂ ਦੇ ਮੂੰਹ ਦੇ ਵਿੱਚ ਪਾਵੋ। ਤੇ ਉਹ ਬੜਾ ਹੈਰਾਨ ਹੁੰਦਾ ਵੀ ਉਸ ਦਿਨ ਵੀ ਤੇ ਇਹਨੇ ਨੇ ਆਹੀ ਗੱਲ ਕਹੀ ਸੀਗੀ, ਵੀ ਅੱਜ ਵੀ ਸੇਮ ਹੀ ਕਹਿੰਦੇ ਨੇ ਕਿ 22 ਨੰਬਰ ਬਾਕਸ ਦੇ ਵਿੱਚੋਂ ਸ਼ੀਸ਼ੀ ਦੀਆਂ 3 ਬੂੰਦਾਂ ਪਾ ਦੋ ਹੈਨਾ। ਤੇ ਉਹ ਇਦਾਂ ਹੀ ਕਰਦੇ ਆ। ਤੇ ਜਿਹੜਾ ਵੈਦ ਹੁੰਦਾ ਨਾ, ਉਹ ਕਹਿੰਦਾ ਕਿ ਤੁਸੀਂ ਉਸ ਦਿਨ ਵੀ ਸੇਮ ਹੀ ਦਵਾਈ ਦਿੱਤੀ ਸੀ, ਅੱਜ ਵੀ ਤੁਸੀਂ ਉਹੀ ਦਵਾਈ ਕਹਿੰਦੇ ਹੋ। ਜੱਟ ਕਹਿੰਦਾ ਦੇਖੋ ਜੀ 300 ਰੁਪਇਆ ਰੱਖ ਦਿਓ ਕਿਉਂਕਿ ਤੁਹਾਡੀ ਯਾਦਾਸ਼ਤ ਬਿਲਕੁਲ ਠੀਕ ਆ। ਸਕੀਮੀ ਬੰਦਾ। ਹਾਂਜੀ, ਪੂਰਾ ਸਕੀਮੀ ਬੰਦਾ ਸੀਗਾ। ਤੇ ਉਹ ਫੇਰ ਜਿਹੜਾ ਵੈਦ ਹੁੰਦਾ ਨਾ, ਉਹਨੂੰ ਗੁੱਸਾ ਆਉਂਦਾ, ਫੇਰ 300 ਦੇ ਗਿਆ, ਉਹਨੂੰ ਫੇਰ 300 ਦੇਣਾ ਪੈ ਗਿਆ ਹੈ ਨਾ। ਫਿਰ ਉਹ ਘਰ ਜਾਂਦਾ, ਘਰ ਜਾ ਕੇ ਨਾ ਫਿਰ ਉਹ ਬਹੁਤ ਜ਼ਿਆਦਾ ਬੁੜਬੁੜ ਜੀ ਕਰਦਾ ਵੀ ਇਹ ਕੀ ਗੱਲਬਾਤ ਹੋ ਗਈ ਹੈ ਨਾ, ਵੀ ਮੈਂ ਤਾਂ ਇਹ ਤੋਂ ਪੈਸੇ ਕਮਾਉਣੇ ਸੀਗੇ, ਵੀ ਇਹ ਕਿੰਨਾ ਜ਼ਿਆਦਾ ਸ਼ੈਤਾਨ ਆ, ਵੀ ਸੇਮ ਇਹ ਚੀਜ਼ ਮੈਨੂੰ ਦੇਤੀ ਆ ਤੇ ਉਹਨੇ ਉਹ ਤੋਂ ਕਹਾ ਵੀ ਲਿਆ ਹੈ ਨਾ। ਤੇ ਫਿਰ ਉਹ ਕਹਿੰਦਾ ਕਿ ਕੋਈ ਗੱਲ ਨਹੀਂ, ਪੈਸੇ ਤਾਂ ਮੈਂ ਜ਼ਰੂਰ ਵਸੂਲ ਕਰਨੇ ਨੇ। ਤੇ ਉਹਦੀ ਵੀ ਜਿੱਦ ਆ, ਉਹ ਉਹਦੀ ਪੂਰੀ ਜ਼ਿੱਦ ਹੈਗੀ ਆ ਕਿ ਇਹ ਐਂ ਕਿਵੇਂ ਹੋ ਗਿਆ ਮੇਰੇ ਨਾਲ, ਕਿ ਇਹਨੇ ਮੈਨੂੰ ਇਦਾਂ ਠੱਗ ਕਿਵੇਂ ਲਿਆ, ਵੀ ਮੈਂ ਤਾਂ ਇੰਨਾ ਜ਼ਿਆਦਾ ਇੰਟੈਲੀਜੈਂਟ, ਮੈਂ ਸਾਰੇ ਪਿੰਡ ਦਾ ਇਲਾਜ ਕਰਾਂ, ਵੀ ਇਹ ਤਾਂ ਮੈਨੂੰ ਇਹ ਮੂਰਖ ਬਣਾ ਗਿਆ। ਉਹਦੀ ਘਰ ਵਾਲੀ ਉਹਨੂੰ ਕਹਿੰਦੀ ਵੀ ਚਲੋ ਛੱਡੋ ਜੀ, ਤੁਸੀਂ ਕੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਹੋ, ਵੀ ਇਹਨਾਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ, ਆਪਣੇ ਗਵਾਂਢੀ ਹੈਗੇ ਆ, ਕੋਈ ਗੱਲ ਨਹੀਂ ਹੈ ਨਾ, ਰਹਿਣ ਦਿਓ ਤੁਸੀਂ ਹੁਣ ਉੱਥੇ ਜਾਣ ਨੂੰ। ਪਰ ਉਹ ਕਹਿੰਦਾ ਕਿ ਐਂ ਕਿਵੇਂ ਹੋ ਸਕਦਾ ਕਿ ਮੈਂ ਉੱਥੇ ਜਾਣ ਨੂੰ ਰਹਿਣ ਦੇਵਾਂ, ਵੀ ਇਹ ਤਾਂ ਹੁਣ ਮੇਰੀ ਇੱਜ਼ਤ ਦਾ ਸਵਾਲ ਹੈਗਾ, ਵੀ ਉਹਨੇ ਤਾਂ ਮੇਰੇ ਨਾਲ ਇੰਨਾ ਕੀਤਾ। ਉਧਰੋਂ ਹੁਣ ਜੱਟ ਲੁੱਡੀਆਂ ਪਾਉਂਦਾ ਫਿਰੇ, ਆਪਦੀ ਵਾਈਫ ਨੂੰ ਕਹਿੰਦਾ ਵੀ ਦੇਖਿਆ ਮੈਂ ਤੈਨੂੰ ਕਿਹਾ ਸੀ ਨਾ ਵੀ ਜਿਹੜਾ ਵੈਦ ਹੈਗਾ, ਵੀ ਵੈਦ ਨੂੰ ਮੈਂ ਚੰਗੀ ਤਰ੍ਹਾਂ ਕਾਬੂ ਕਰ ਲਿਆ, ਤੂੰ ਆਪੇ ਸੋਚ ਲੈ ਵੀ ਜੇ ਹੁਣ ਮੈਂ ਗਾਹਕ ਉਹ ਵੀ ਵੈਦ। ਹਾਂਜੀ, ਉਹ ਕਹਿੰਦਾ ਕਿ ਵੀ ਜੇ ਮੈਂ ਵੈਦ ਨੂੰ ਕਾਬੂ ਕਰ ਸਕਦਾ, ਵੀ ਤੂੰ ਹੁਣ ਆਪੇ ਸੋਚ ਕੇ ਦੇਖ ਲਾ ਵੀ ਮੈਂ ਕਿੰਨਾ ਵਧੀਆ ਹੈਗਾ ਹੈ ਨਾ। ਤੇ ਉਹ ਕਹਿੰਦੀ ਵੀ ਚਲੋ ਕੋਈ ਗੱਲ ਨਹੀਂ, ਵੀ ਛੱਡੋ ਜੀ, ਆਪਾਂ ਹੁਣ ਲੜਾਈ ਨਹੀਂ ਕਰਨੀ ਹੈਗੀ, ਜੋ ਵੀ ਹੈਗਾ ਆਪਣਾ ਗੁਆਂਢ ਮੱਥਾ, ਵੀ ਗੁਆਂਢ ਮੱਥੇ ਚ ਕਾਹਦੇ ਲਈ ਲੜਨਾ ਝਗੜਨਾ ਹੈ ਨਾ। ਉਹ ਕਹਿੰਦੀ ਰਹਿਣ ਦਿਓ ਤੁਸੀਂ, ਬਈ ਜੋ ਹੋਣਾ ਸੀਗਾ ਹੋ ਗਿਆ। ਉਹ ਕਹਿੰਦਾ ਲੈ ਐਵੇਂ ਕਿਵੇਂ ਰਹਿਣ ਦੇਵਾਂ, ਵੀ ਮੈਂ ਤਾਂ ਆਪਣਾ ਉੱਤੋਂ 1000 ਜਿਹੜਾ ਰੁਪਈਆ ਹੈਗਾ ਉਹ ਵਾਪਸ ਲੈ ਕੇ ਆਉਣਾ ਹੀ ਆਉਣਾ। ਉਹ ਕਹਿੰਦੀ ਵੀ ਹੁਣ ਤੁਸੀਂ ਕੀ ਕਰੋਗੇ ਹਨਾ, ਜਾ ਕੇ 1000 ਰੁਪਈਆ ਤੁਸੀਂ ਕਿਵੇਂ ਵਾਪਸ ਲੈ ਕੇ ਆਵੋਗੇ। ਤੇ ਕਹਿੰਦਾ ਕੋਈ ਗੱਲ ਨਹੀਂ, ਤੂੰ ਦੇਖੀ ਸਹੀ। ਤੇ ਕਹਿੰਦਾ ਉਹਨਾਂ ਨੂੰ ਜਾ ਕੇ ਵੀ ਮੇਰੀ ਨਾ ਨਜ਼ਰ ਕਮਜ਼ੋਰ ਹੋ ਗਈ ਆ। ਵਾਹ। ਉਹ ਕਹਿੰਦਾ ਕਿ ਨਜ਼ਰ ਕਮਜ਼ੋਰ ਹੋ ਗਈ ਇਹਨਾਂ ਦੀ। ਉਹ ਕਹਿੰਦਾ ਓਕੇ। ਜੱਟ ਕਹਿੰਦਾ ਕੋਈ ਗੱਲ ਨਹੀਂ, ਲੈ ਇਹਦਾ ਤਾਂ ਇਲਾਜ ਸਾਡੇ ਕੋਲ ਹੈਗਾ। ਆਪਣੀ ਫੇਰ ਨਰਸ ਨੂੰ ਬੁਲਾਉਂਦਾ, ਉਹਨੂੰ ਕਹਿੰਦਾ ਵੀ ਇੱਧਰ ਆਵੋ, ਐਂ ਕਰੋ ਵੀ ਇਹਨਾਂ ਦੀ ਨਜ਼ਰ ਕਮਜ਼ੋਰ ਹੋ ਗਈ, ਜਿਹੜੀ ਅਸੀਂ ਦਵਾਈ ਦਿੱਤੀ ਆ ਹੋ ਸਕਦਾ ਉਹਦਾ ਸਾਈਡ ਇਫੈਕਟ ਹੋ ਗਿਆ ਹੋਵੇ, ਤੁਸੀਂ ਇਹਨਾਂ ਨੂੰ 1000 ਰੁਪਈਆ ਦੇ ਦਿਓ। ਉਹ 300 ਦੇ ਦਿੰਦੇ ਆ। ਵੈਦ ਕਹਿੰਦਾ ਤੁਸੀਂ ਮੈਨੂੰ ਮੂਰਖ ਸਮਝਦੇ ਹੋ, ਇਹ ਤਾਂ 1000 ਰੁਪਈਆ 300 ਰੁਪਈਆ ਮੈਂ ਤੁਸੀਂ ਕਿਹਾ ਸੀ 1000 ਦੇ ਦਿਓ। ਕਹਿੰਦੇ ਤੁਹਾਡੀ ਨਿਗਾਹ ਵਾਪਸ ਆ ਗਈ। ਵਾਹ ਜੀ ਵਾਹ, 300 ਹੋਰ ਦਿਓ। ਹਾਂਜੀ, ਸੋ ਗੱਲ ਕੀ ਉਹ ਬਹੁਤ ਵਧੀਆ ਕਹਾਣੀ ਹੈ ਤੇ ਅੱਜ ਦਾ ਵਿਚਾਰ ਵੀ ਵਧੀਆ ਪੇਸ਼ ਕਰੋ। ਹਾਂਜੀ, ਸੋ ਗੱਲ ਕਹਿਣ ਦਾ ਮਤਲਬ ਇਹ ਹੈਗਾ ਵੀ ਕਦੇ ਕਿਸੇ ਨੂੰ ਉਹ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਹੈਗਾ। ਤੇ ਤੁਸੀਂ ਦੇਖ ਲਓ ਵੀ ਜਿਹੜਾ ਵੈਦ ਕਹਿੰਦਾ ਸੀ ਵੀ ਜੱਟ ਨੂੰ ਕੁਝ ਪਤਾ ਨਹੀਂ ਲੱਗਣਾ, ਵੀ ਮੈਂ ਤਾਂ ਕਮਾਈ ਕਰਕੇ ਲੈ ਕੇ ਆਉਂਗਾ, ਉਲਟਾ ਉਹਨੇ ਜੱਟ ਨੂੰ ਪੇ ਕੀਤਾ, ਉਲਟਾ ਜੱਟ ਨੇ ਉਹਦੇ ਤੋਂ ਕਮਾਈ ਕੀਤੀ। ਤੇ ਹੁਣ ਅੱਜ ਦਾ ਵਿਚਾਰ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈਗਾ ਕਿ ਹਨੇਰੇ ਨੂੰ ਗਾਲ ਕੱਢਣ ਦੀ ਬਜਾਏ ਦੀਵਾ ਜਗਾ ਲੈਣਾ ਚਾਹੀਦਾ।
ਇਸ ਦੇ ਨਾਲ ਅਸੀਂ ਇਸੇ ਨੋਟ ਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ, ਸਾਨੂੰ ਦੱਸਣਾ ਜ਼ਰੂਰ। ਸਾਡੇ ਸਟੂਡੀਓ ਦਾ ਨੰਬਰ ਹੈ 6045929191।